ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਅ ਵੈਰੀ ਗੁੱਡ ਮਾਰਨਿੰਗ ਤੁਹਾਡੀ ਤੇ ਸਾਡੀ ਗੁੱਡ ਈਵਨਿੰਗ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਾਰਿਆਂ ਦੀ ਅੱਖਾਂ ਟਿਕੀ ਹੋਈ ਹੈ, ਅੱਜ ਕੈਬਨਿਟ ਨੇ ਅੱਜ ਸਹੁੰ ਚੁੱਕ ਰਹੀ ਹੈ ਤੇ ਹੁਣ ਤਾਂ ਨਾਂ ਵੀ ਸਾਹਮਣੇ ਵੱਡੇ ਵੱਡੇ ਆਏ ਨੇ ਜੀ। ਤੇ ਤੁਸੀਂ ਕੀ ਕਹਿਣਾ ਚਾਹੋਗੇ, ਕਿਹੜੇ ਕਿਹੜੇ ਨਾਮ ਪਹਿਲੋਂ ਆਏ ਨੇ ਤੇ ਅੱਜ ਕੀ ਮਾਹੌਲ ਹੋ ਰਿਹਾ ਜੀ ਪੰਜਾਬ ਦੇ ਵਿੱਚ ਸਹੁੰ ਚੁੱਕ ਲਈ? ਹਾਂਜੀ, ਦੇਖੋ ਗੱਲ ਇਹ ਹੈ ਕਿ ਜੋ ਕੈਬਨਿਟ ਆ ਉਹਦੇ ਨਾਮ ਤਾਂ ਇਹਨਾਂ ਨੇ ਰਾਤ ਹੀ ਡਿਕਲੇਅਰ ਕਰ ਦਿੱਤੇ ਸਨ। ਹਰਪਾਲ ਚੀਮਾ ਜੀ, ਡਾਕਟਰ ਬਲਜੀਤ ਕੌਰ, ਹਰਭਜਨ ਸਿੰਘ, ਵਿਜੇ ਸਿੰਘਲਾ, ਲਾਲ ਚੰਦ ਕਟਾਰੂ ਚੱਕ, ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਭੁੱਲਰ, ਬ੍ਰਹਮ ਸ਼ੰਕਰ, ਹਰਜੋਤ ਸਿੰਘ ਬੈਂਸ। ਇਹ 10 ਮਤਲਬ ਕਿ ਮੈਨੂੰ ਜੀ ਇੱਕ ਫੇਵਰ ਹੈ ਜੀ, ਤੁਹਾਡੀ ਆਵਾਜ਼ ਬਹੁਤ ਦੂਰ ਲੱਗ ਰਹੀ, ਥੋੜਾ ਜਿਹਾ ਮਾਈਕ ਜੇ ਲਾਗੇ ਕਰ ਲਓ ਜੀ, ਤੁਹਾਡੀ ਆਵਾਜ਼ ਬਹੁਤ ਦੂਰ ਆ ਰਹੀ ਹੈ ਜੀ। ਮੈਂ ਤਾਂ ਨਾਰਮਲੀ ਹਾਂਜੀ ਹੁਣ ਠੀਕ ਹੈ ਜੀ, ਹਾਂਜੀ ਹੁਣ ਠੀਕ ਹੈ ਜੀ। ਹਾਂਜੀ ਹਾਂਜੀ। ਸੋ ਇਹ 10 ਨਾਮ ਨੇ ਜਿਹੜੇ ਕਿ ਇਹਨਾਂ ਨੇ ਡਿਕਲੇਅਰ ਕਰ ਦਿੱਤੇ ਆ ਐਜ਼ ਐਨ ਕੈਬਨਿਟ ਮਿਨਿਸਟਰ। ਤਾਂ ਇਹਦੇ ਵਿੱਚ ਹਰਪਾਲ ਸਿੰਘ ਚੀਮਾ ਤੇ ਮੀਤ ਹੇਅਰ ਜਿਹੜੇ ਆ ਉਹ ਸੀਨੀਅਰ ਲੋਕ ਇਹਨਾਂ ਦੇ ਹੈਗੇ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਹਰਜੋਤ ਸਿੰਘ ਬੈਂਸ ਵੀ ਬਹੁਤ ਮੋਢੀਆਂ ਦੇ ਵਿੱਚੋਂ ਗਿਣੇ ਜਾਂਦੇ ਆ। ਬਾਕੀ ਦੇਖੋ ਕੈਬਨਿਟ ਤਾਂ ਬਣੀ ਹਰੇਕ ਸਰਕਾਰ ਦੀ ਇੱਕ ਫਾਰਮੈਲਿਟੀ ਹੈ, ਉਸ ਤੋਂ ਬਾਅਦ ਹੀ ਸਰਕਾਰ ਫੈਸਲੇ ਲੈ ਸਕਦੀ ਹੈ। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਾਡੀ ਸੁਸਾਇਟੀ ਕੁਛ ਇਸ ਕਿਸਮ ਦੀ ਹੈ ਕਿ ਮਤਲਬ ਕਿ ਥੋੜੀ ਸੋਸ਼ਲ ਇੰਜੀਨੀਅਰਿੰਗ ਕੀਤੀ ਜਾਂਦੀ ਹੈ। ਜਿਵੇਂ ਤੁਸੀਂ ਦੇਖੋਗੇ ਤਾਂ ਇਹਦੇ 'ਚ ਮੁੱਖ ਮੰਤਰੀ ਸਮੇਤ ਜਿਹੜੇ ਚਿਹਰੇ ਨੇ ਉਹ 4 ਜੱਟ ਸਿੱਖ ਆ, 3 ਹਿੰਦੂ ਆ ਗਏ, 4 ਦਲਿਤ ਚਿਹਰੇ ਆ ਗਏ। ਤਾਂ ਮਤਲਬ ਕਿ ਦੇਖ ਲਓ ਕਿ ਜਾਤ ਸਮੀਕਰਨ ਫਿਰ ਵੀ ਬਿਠਾ ਦਿੱਤਾ ਗਿਆ। ਔਰ ਇਹਦੇ ਵਿੱਚ ਵੀ ਹੁੰਦਾ ਹੈ ਕਿ ਮਤਲਬ ਕਿ ਮਾਝੇ ਚੋਂ ਕਿੰਨੇ ਆਏ, ਮਾਲਵੇ ਚੋਂ ਕਿੰਨੇ ਆਏ, ਦੁਆਬੇ ਚੋਂ ਕਿੰਨੇ ਆਏ, ਇਹ ਸਾਰਾ ਕੁਛ ਹੁੰਦਾ। ਜਿਵੇਂ ਹੁਣ ਆਪਾਂ ਦੇਖੀਏ ਤਾਂ ਮਾਲਵੇ ਦਾ ਦਬਦਬਾ ਹੈ ਇਹਦੇ ਵਿੱਚ, ਕਿਉਂਕਿ 69 ਚੋਂ 66 ਸੀਟਾਂ ਉੱਥੋਂ ਹੀ ਜਿੱਤੀਆਂ ਇਹਨਾਂ ਨੇ ਜੀ। ਸੋ 10 ਆਪਾਂ ਜੇ ਮੰਤਰੀ ਦੇਖੀਏ ਤਾਂ ਉਹਦੇ ਵਿੱਚ 4 ਜਿਹੜੇ ਆ ਮਾਲਵਾ ਏਰੀਏ ਤੋਂ, 4 ਮਾਲਵਾ ਏਰੀਏ ਤੋਂ ਆ। ਇਹ ਇਸ ਤਰ੍ਹਾਂ ਰੱਖਿਆ ਜਾਂਦਾ, ਖਿਆਲ ਰੱਖਿਆ ਜਾਂਦਾ। ਮਾਝਾ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਮਾਝੇ ਨੂੰ ਵੀ 2 ਮੰਤਰੀ ਮਿਲ ਗਏ ਆ, ਮਾਝੇ ਨੂੰ ਵੀ 2 ਮੰਤਰੀ ਮਿਲ ਗਏ। ਬਾਕੀ ਜਿਹੜੇ ਆ ਬਈ ਉਹ ਆ ਗਏ ਫਿਰ ਦੁਆਬੇ ਤੋਂ। ਸੋ ਇਸ ਤਰ੍ਹਾਂ ਇੱਕ ਸਮੀਕਰਨ ਬਿਠਾਇਆ ਜਾਂਦਾ ਹੈ। ਤੇ ਬਾਕੀ ਬਈ ਪੜ੍ਹੇ ਲਿਖੇ ਨੇ, ਕੋਈ ਐਸੀ ਗੱਲ ਨਹੀਂ ਹੈ। ਇਹਦੇ ਵਿੱਚ ਕੁਛ ਮੇਰੇ ਖਿਆਲ ਦੇ ਨਾਲ 1-2 10 ਪੜ੍ਹੇ ਵੀ ਹੈਗੇ, ਮੇਰੇ ਵਰਗੇ ਜਿਹੜੇ ਥੋੜੇ ਪੜ੍ਹੇ ਆ, ਕੁਛ ਬਹੁਤ ਜ਼ਿਆਦਾ ਵੀ ਪੜ੍ਹੇ ਆ। ਇੱਕ ਤਵਾਜ਼ਨ ਜਿਹਾ ਬਿਠਾਉਣ ਦਾ ਯਤਨ ਕੀਤਾ ਗਿਆ ਤੇ ਇਹ ਰਸਮ ਪੂਰੀ ਹੋਏਗੀ। ਅੱਜ ਇਹ ਸਹੁੰ ਚੁੱਕ ਲੈਣਗੇ, ਫਿਰ ਉਸ ਤੋਂ ਬਾਅਦ ਜਿਹੜੀ ਸਰਕਾਰ ਆ ਉਹ ਆਪਣਾ ਫੈਸਲਾ ਲੈਣ ਦੇ ਕਾਬਲ ਹੋ ਜਾਏਗੀ। ਫਿਰ ਉਸ ਤੋਂ ਬਾਅਦ ਫੈਸਲੇ ਲੈਣੇ ਸਟਾਰਟ ਕਰ ਦੇਵੇਗੀ। ਔਰ ਅੱਜ ਇਸ ਗੱਲ ਦਾ ਇਮਕਾਨ ਹੈ, ਸੰਭਾਵਨਾ ਹੈ ਕਿ ਸ਼ਾਇਦ ਪਹਿਲੇ ਦਿਨ ਹੀ ਕੈਬਨਿਟ ਦੀ ਮੀਟਿੰਗ ਵੀ ਹੋ ਜਾਵੇ। ਜੀ 905 813 1300 ਵੀ ਸੁਣਨ ਚ ਆਇਆ ਕਿ ਸਹੁੰ ਚੁੱਕ ਤੋਂ ਬਾਅਦ ਕੈਬਨਿਟ ਮੀਟਿੰਗ ਹੋਵੇਗੀ। ਕੀ ਪੰਜਾਬ ਨੂੰ ਨਵਾਂ ਰੂਪ, ਨਵੇਂ ਲੋਕ, ਨਵੇਂ MLA ਸਾਹਮਣੇ ਆ ਰਹੇ ਨੇ ਜੀ। ਸੋ ਦੇਖੋ ਕਿ ਕੀ ਹੋਵੇਗਾ ਜੀ। ਪੰਜਾਬ ਦਾ ਭਵਿੱਖ ਕਾਫੀ ਇਸ ਵੇਲੇ ਲੋਕਾਂ ਦੀ ਨਜ਼ਰ 5 ਸਾਲ ਕੀ ਭਗਵੰਤ ਮਾਨ ਜੋ ਉਹਨਾਂ ਨੇ ਕਿਹਾ ਉਹ ਖਰੇ ਉਤਰਨਗੇ, ਸਪੈਸ਼ਲੀ ਐਜੂਕੇਸ਼ਨ ਫੀਲਡ ਦੇ ਵਿੱਚ ਜਾਂ ਬ੍ਰਾਈਬਰੀ ਐਂਡ ਜਿੱਦੋਂ ਕਹ ਲਓ ਕਿ ਲੋਕ ਜਿਹੜੇ ਅੰਡਰ ਦਾ ਟੇਬਲ ਬਲੈਕ ਕੰਮ ਕਰਦੇ ਨੇ, ਇਹਨਾਂ ਨੂੰ ਮਿਟਾਉਣ ਵਾਸਤੇ ਹੁਣ ਦੇਖੋ ਜੀ ਇਹਨਾਂ ਨੇ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਜੀ। ਜੇ ਕੋਈ ਰਿਸ਼ਵਤ ਲੈਂਦਾ ਹੈ ਜੀ ਮਿੰਟੂ ਜੀ, ਜਿਹੜੀ ਹੈਲਪਲਾਈਨ ਇਹ ਬਹੁਤ ਮੈਨੂੰ ਲੱਗਦਾ ਕੰਮ ਆਉਣ ਵਾਲੀ ਚੀਜ਼ ਆ। ਹਾਂਜੀ ਦੇਖੋ ਉਹ 23 ਤੋਂ ਸ਼ੁਰੂ ਕਰਨੀ ਹੈ ਇਹਨਾਂ ਨੇ, 23 ਤੋਂ ਕਰਨਗੇ ਸ਼ੁਰੂ। ਔਰ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਦੇ ਰਿਜ਼ਲਟ ਨਿਕਲਦੇ ਆ, ਐਸੀਆਂ ਕੋਸ਼ਿਸ਼ਾਂ ਤੇ ਅੱਗੇ ਵੀ ਹੋਈਆਂ ਨੇ। ਸੁਖਬੀਰ ਸਿੰਘ ਬਾਦਲ ਦਾ ਈਮੇਲ ਐਡਰੈਸ, ਪ੍ਰਕਾਸ਼ ਸਿੰਘ ਬਾਦਲ ਦਾ ਇਨਾਮ ਰੱਖਣਾ, ਚੰਨੀ ਸਰਕਾਰ ਨੇ ਵੀ ਅਜਿਹਾ ਕੀਤਾ ਜਾਂ ਕਾਂਗਰਸ ਸਰਕਾਰ ਨੇ। ਸੋ ਇਹੋ ਜਿਹੇ ਯਤਨ ਪਹਿਲਾਂ ਵੀ ਹੋਏ ਆ। ਤਾਂ ਉਹਨਾਂ ਯਤਨਾਂ ਤੇ ਕਿਸ ਤਰ੍ਹਾਂ ਐਕਸ਼ਨ ਹੁੰਦੇ ਆ, ਕਿਸ ਤਰ੍ਹਾਂ ਇੱਕ ਡਰ ਜਿਹੜਾ ਆ ਉਹ ਅੱਗੇ ਫੈਲਦਾ ਆ, ਕਿਸ ਤਰ੍ਹਾਂ ਇਹਨਾਂ ਦੀ ਛਾਪੇਮਾਰੀ ਹੁੰਦੀ ਹੈ, ਕਿਸ ਤਰ੍ਹਾਂ ਫਿਰ ਜਿਹੜਾ ਆਪਣਾ ਇਹ ਹੁੰਦਾ ਨਾ ਕਿ ਜੁਡੀਸ਼ਰੀ ਦੇ ਵਿੱਚ ਜਦੋਂ ਜਾਂਦੇ ਆ ਕੇਸ ਉਹ ਲਮਕਦੇ ਨਹੀਂ ਹੈ। ਨਵੇਂ ਪੱਖ ਤੋਂ ਵੇਖਣਾ ਹੋਏਗਾ ਕਿ ਰਿਜ਼ਲਟ ਕਿਸ ਤਰ੍ਹਾਂ ਦੇ ਹੁੰਦੇ। ਐਲਾਨ ਆਪਣੀ ਜਗ੍ਹਾ ਹੁੰਦੇ ਆ, ਰਿਜ਼ਲਟ ਨਹੀਂ ਜਦ ਤੱਕ ਆਉਂਦੇ, ਰਿਜ਼ਲਟ ਡਿਲੀਵਰ ਨਹੀਂ ਹੁੰਦੇ ਉਦੋਂ ਤੱਕ ਆਪਾਂ ਕੁਛ ਨਹੀਂ ਕਹਿ ਸਕਦੇ।
ਬਿਲਕੁਲ ਜੀ ਸੋ ਰਿਜ਼ਲਟ ਦਾ ਵੇਟ ਹੈ ਜੀ 5 ਸਾਲ ਹਾਲੇ ਹੈਗੇ ਨੇ ਜੀ ਰਿਜ਼ਲਟ ਪੇਸ਼ ਕਰਨ ਲਈ ਪਰੰਤੂ ਜਿਸ ਮੋੜ ਦੇ ਨਾਲ ਕੰਮ ਹੋ ਰਿਹਾ ਜੀ ਆਮ ਆਦਮੀ ਪਾਰਟੀ ਨੂੰ ਆਲ ਦ ਬੈਸਟ ਹੈ ਜੀ ਹੁਣ ਤੁਸੀਂ ਪ੍ਰੂਵ ਕਰੋ ਜੀ ਜਨਤਾ ਨੇ ਤੁਹਾਨੂੰ ਜਿਤਾਇਆ ਆ ਐਂਡ ਲੈਟਸ ਸੀ ਕਿ ਕੀ ਕੁਛ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਪੇਸ਼ ਕਰੇਗੀ ਪੰਜਾਬ ਲਈ 905 813 1320 ਸਾਡੇ ਨਾਲ ਕਾਲ ਨੇ ਮਿੰਜੂ ਜੀ ਆਪਾਂ ਪਹਿਲਾਂ ਕਾਲ ਲੈ ਲਈਏ ਫਿਰ ਉਸ ਤੋਂ ਬਾਅਦ ਅਗਲੀ ਖਬਰ ਵਾਰ ਅਸੀਂ ਵੱਧਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮਿੰਟੂ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਜੀ ਗੱਲ ਏਦਾਂ ਆ ਵੀ ਆਪਾਂ ਕਈ ਵਾਰੀ ਡਿਸਕਸ ਕੀਤੀ ਆ ਵੀ ਕਾਫੀ ਪੜ੍ਹੇ ਲਿਖਿਆ ਜਿੱਦਣ ਇਲੈਕਸ਼ਨ ਰਿਜ਼ਲਟ ਆਇਆ ਵੀ ਬਹੁਤ ਆਮ ਆਦਮੀ ਪਾਰਟੀ ਬੜੇ ਵਿਧਾਇਕ ਪੜ੍ਹੇ ਲਿਖੇ ਆਏ ਪਰ ਇਹਦੇ ਵਿੱਚ ਹਾਲੇ 8-10 ਬੰਦੇ ਚੁਣੇ ਆ 8-10 ਆ ਉਹਦੇ ਵਿੱਚੋਂ ਮੇਰੇ ਖਿਆਲ ਅੱਧੇ ਕੁ ਮੈਟ੍ਰਿਕ ਤੁਸੀਂ ਦੱਸ ਹੀ ਚੁੱਕੇ ਆ ਵੀ ਇੰਨੇ ਪੜ੍ਹੇ ਲਿਖੇ ਜਿਹੜੇ ਈਵਨ ਇੱਥੋਂ ਤੱਕ ਤੁਸੀਂ ਦੱਸਿਆ ਵੀ ਕਈ ਵਿਭਾਗਾਂ 'ਚ ਉਹ ਨੌਕਰੀਆਂ ਕਰਕੇ ਆਏ ਹੋ ਇੰਨੇ ਸਾਲ ਉਹਨਾਂ ਦੇ ਤਜਰਬੇ ਵੀ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਇੱਕ ਕਿਸਮ ਦੀ ਉਹਨਾਂ ਨਾਲ ਬੇਇਨਸਾਫੀ ਆ ਕਿਉਂਕਿ ਜੇ ਬਾਕੀ ਗੌਰਮੈਂਟ ਪਾਰਦਰਸ਼ੀ ਚਲਾਉਣੀ ਵਧੀਆ ਢੰਗ ਨਾਲ ਚਲਾਉਣੀ ਹੈ ਤੇ ਉਹਨਾਂ ਨਾਲੋਂ ਵੱਧ ਕੇ ਬੰਦੇ ਤਾਂ ਵਧੀਆ ਤਾਂ ਨਹੀਂ ਇਹ ਹੋ ਸਕਦੇ ਠੀਕ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਆ ਭਈ ਡਿਪਾਰਟਮੈਂਟਾਂ ਦੇ ਵਿੱਚ ਕਿੱਥੇ ਕਿੱਥੇ ਖਾਮੀਆਂ ਨੇ ਹਾਂਜੀ ਸੋ ਹੁਣ ਆਪਣੇ ਕੰਵਰ ਵਿਜੇ ਪ੍ਰਤਾਪ ਸਿੰਘ ਜਾਂ ਹੋਰ ਆਪਣੇ ਤੁਸੀਂ ਕੋਈ ਇੰਜੀਨੀਅਰਸ ਡਾਕਟਰਸ ਲਾਇਰਸ ਦੀ ਵੀ ਗੱਲ ਕੀਤੀ ਸੀ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ ਡਿਟੇਲ 'ਚ ਮੈਂ ਸਿਰਫ ਕੰਵਰ ਵਿਜੇ ਪ੍ਰਤਾਪ ਨੂੰ ਜਾਣਦਾ ਸੋ ਇਸ ਤਰ੍ਹਾਂ ਦੇ ਬੰਦੇ ਜਿਹੜੇ ਕਾਫੀ ਐਜੂਕੇਟਡ ਜਿਨ੍ਹਾਂ ਦਾ ਤਜਰਬਾ ਡਿਪਾਰਟਮੈਂਟਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਵੀ ਸਿਰਫ ਉਹ ਬੰਦਿਆਂ ਨੂੰ ਮਨਿਸਟਰੀਆਂ ਦੇ ਦੇਣੀਆਂ ਜਿਹਨੂੰ ਪਤਾ ਹੀ ਕੁਛ ਨਹੀਂ ਹਾਂਜੀ ਤੇ ਹੁਣ ਇੱਕ ਮੈਟ੍ਰਿਕ ਪੜ੍ਹਿਆ ਆ ਉਹ ਫਾਈਲ ਨੂੰ ਕਿੱਦਾਂ ਪੜ੍ਹ ਕੇ ਸਾਈਨ ਕਰੂਗਾ ਉਹ ਸੋਚਣ ਤੋਂ ਬਾਹਰਲੀ ਗੱਲ ਹੈ ਸਰ ਤੁਸੀਂ ਆਪਣਾ ਥੋੜ੍ਹਾ ਜਿਹਾ ਦੱਸੋ ਇਹਦੇ ਤੇ ਕੀ ਕਹਿਣਾ ਚਾਹੋਗੇ ਜੀ ਥੈਂਕ ਯੂ ਸੋ ਮਚ ਸਰ ਦੇਖੋ ਉਹਨਾਂ ਦਾ ਫੈਸਲਾ ਹੈ ਤੇ ਉਹਦੇ ਵਿੱਚ ਦੇਖੋ ਪਹਿਲੇ ਤੇ ਮੇਰੀ ਕਰੈਕਸ਼ਨ ਹੋਏਗੀ ਕਿ 4 ਮਾਝੇ ਤੋਂ 4 ਮਾਲਵੇ ਤੋਂ ਤੇ 2 ਮਿਨਿਸਟਰ ਜਿਹੜੇ ਆ ਉਹ ਆ ਗਏ ਦੁਆਬੇ ਤੋਂ ਬਹਰਹਾਲ ਜਿਹੜੀ ਗੱਲ ਪੜ੍ਹਾਈ ਦੀ ਆ ਤਾਂ ਪੜ੍ਹਾਈ ਦੇ ਵਿੱਚ ਦੇਖੀਏ ਤਾਂ ਵੈਸੇ ਤੇ ਜਿਹੜੇ ਖਜ਼ਾਨਾ ਮੰਤਰੀ ਆ ਸਾਡੇ ਪਿਛਲੇ ਉਹ ਕਿੱਥੋਂ ਪੜ੍ਹ ਕੇ ਆਏ ਤੁਹਾਨੂੰ ਬਿਹਤਰ ਜਾਣਕਾਰੀ ਹੋਣੀ ਹੈ ਉਹ ਬਾਹਰਲੀਆਂ ਯੂਨੀਵਰਸਿਟੀਆਂ ਚੋਂ ਪੜ੍ਹੇ ਆ ਪਰ ਫਾਈਨੈਂਸ ਦੀ ਇਹੋ ਜਿਹੀ ਜਾਣਕਾਰੀ ਆ ਉਹਨਾਂ ਨੂੰ ਉਹਦੀ ਮੈਂ ਇੱਕ ਮਿਸਾਲ ਦੇ ਦਿੰਦਾ ਕਿ ਉਹ GST ਪ੍ਰਣਾਲੀ ਨੂੰ ਪਹਿਲਾਂ ਕ੍ਰਾਂਤੀਕਾਰੀ ਕਦਮ ਕਹਿੰਦੇ ਸੀਗੇ ਜਦੋਂ ਆਏ ਤੇ ਬਾਅਦ ਦੇ ਵਿੱਚ ਅਖੀਰਲੇ ਵੇਲੇ ਤੇ ਪਿੱਟਣ ਲੱਗ ਪਏ ਸੀਗੇ ਕਿ GST ਨੇ ਸਾਡੇ ਹੱਥ ਠੂਠਾ ਫੜਾ ਦਿੱਤਾ ਹੈ ਸੋ ਜੇ ਤਾਂ ਡਿਗਰੀਆਂ ਬਾਈ ਇਸ ਤਰ੍ਹਾਂ ਦੀਆਂ ਨੇ ਤਾਂ ਫਿਰ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨਾਲੋਂ ਫਿਰ ਅਨਪੜ੍ਹ ਬੰਦਾ ਹੀ ਚੰਗਾ ਜਿਹੜਾ ਘਰ ਦਾ ਬਜਟ ਮੈਨੇਜ ਕਰਕੇ ਚੱਲਦਾ ਹੈ ਮਾਫ ਕਰਨਾ ਗੱਲ ਕੌੜੀ ਫਿੱਕੀ ਲੱਗ ਸਕਦੀ ਆ ਦੂਜੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ ETO ਵੀ ਹੈ ਇਹਨਾਂ ਦੇ ਵਿੱਚ ਡਾਕਟਰ ਵੀ ਹੈ ਇਹਨਾਂ ਦੇ ਵਿੱਚ ਇੱਕ ਹੋਰ ਡਾਕਟਰ ਆ ਠੀਕ ਹੈ ਨਾ 1-2 ਹੈਗੇ ਨੇ ਜਿਹੜੇ ਘੱਟ ਪੜ੍ਹੇ ਨੇ ਇਹਨਾਂ ਦੇ ਵਿੱਚ BTech ਵੀ ਆ ਮੰਤਰੀਆਂ ਦੇ ਵਿੱਚ ਸੋ ਬਹੁ ਗਿਣਤੀ ਦੇ ਵਿੱਚ ਤਾਂ ਮੇਰੇ ਖਿਆਲ ਦੇ ਨਾਲ ਸਰ ਜ਼ਿਆਦਾਤਰ ਪੜ੍ਹੇ ਲਿਖੇ ਹੀ ਆ ਜੀ ਜਿਵੇਂ ਆਪਾਂ ਦੇਖੀਏ ਤਾਂ 1-2 ਹੈਗੇ ਨੇ ਮੰਤਰੀ ਜਿਨ੍ਹਾਂ ਦੀ ਪੜ੍ਹਾਈ ਤੇ ਸਵਾਲ ਕੀਤਾ ਜਾ ਸਕਦਾ 2-3 ਹੋਣਗੇ ਜਿਹੜੇ ਮਤਲਬ ਮੇਰੇ ਵਾਂਗੂ ਕਲਾਸ 2 ਜਾਂ 10ਵੀਂ ਤੱਕ ਨੇ ਪਰ ਗੱਲ ਇਹ ਆ ਕਿ ਜਿਵੇਂ ਹੁਣ ਮੰਨ ਲਓ ਇੱਕ ਇਹਨਾਂ ਦੇ ਵਿੱਚ ਮੰਤਰੀ ਇਸ ਤਰ੍ਹਾਂ ਦਾ ਹੈ ਉਹ ਕਿਸਾਨੀ ਤੇ ਜੋ ਆੜਤ ਦਾ ਸਿਸਟਮ ਹੁੰਦਾ ਉਹਦੇ ਨਾਲ ਜੁੜਿਆ ਹੋਇਆ ਉਹਨਾਂ 2 ਧੰਦਿਆਂ ਨਾਲ ਜੁੜਿਆ ਹੈ ਉਹ ਕੀ ਗੱਲ ਹੈ ਚਲੋ ਠੀਕ ਹੈ ਪੜ੍ਹਾਈ ਆਪਣੀ ਥਾਂ ਤੇ ਹੈ ਡਿਗਰੀ ਆਪਣੀ ਥਾਂ ਤੇ ਮਹਿਕਮਿਆਂ ਦੀਆਂ ਜਾਣਕਾਰੀਆਂ ਆਪਣੀ ਥਾਂ ਤੇ ਹੈ ਕਿ ਇਹ ਐਗਰੀਕਲਚਰ ਜਾਂ ਜਿਹੜਾ ਸਾਡਾ ਆੜਤੀਆ ਸਿਸਟਮ ਹੈ ਕਿ ਇਹ ਸਾਡੀ ਆਰਥਿਕਤਾ ਵਾਸਤੇ ਜ਼ਰੂਰੀ ਨਹੀਂ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਈ ਖੇਤੀ ਵਾਸਤੇ ਤੂੰ ਆਕਸਫੋਰਡ ਚੋਂ ਪੜ੍ਹ ਕੇ ਬੰਦਾ ਲਿਆ ਮੁੱਖ ਮੰਤਰੀ ਸਾਹਿਬ ਉਹ ਲਿਆ ਇੱਥੇ ਖੇਤੀ ਵਾਲਾ ਤਾਂ ਬਿਹਤਰ ਜਾਣਦਾ ਜਿਹੜਾ ਅਨਪੜ੍ਹ ਕਿਸਾਨ ਹੁੰਦਾ ਨਾ ਵੱਟ ਤੇ ਖਲੋ ਕੇ ਤੁਹਾਨੂੰ ਦੱਸ ਦਿੰਦਾ ਕਿ ਆ ਪੌਣ ਕਿਹੜੀ ਹੈ ਇਹ ਪੱਛੋਂ ਵਾਲੀ ਹੈ ਪੁਰਾ ਹੈ ਹੁਣ ਮੀਂਹ ਆ ਸਕਦਾ ਹੁਣ ਕਣੀ ਆ ਸਕਦੀ ਹੈ ਹੁਣ ਆ ਬੱਤਰ ਖੱਟਾ ਹੋ ਗਿਆ ਹੁਣ ਬੱਤਰ ਸਹੀ ਹੈ ਉੱਥੇ ਸਾਇੰਟਿਸਟ ਕੰਮ ਨਹੀਂ ਕਰਦੇ ਬਿਲਕੁਲ ਸੋ ਡਿਗਰੀਆਂ ਦੀ ਆਪਣੀ ਮਹੱਤਤਾ ਹੋ ਸਕਦੀ ਹੈ ਖੈਰ ਫਿਰ ਵੀ ਮੇਰੇ ਮੰਨਣ ਅਨੁਸਾਰ ਤਾਂ ਠੀਕ ਠਾਕ ਆ ਹਾਲਾਂਕਿ ਸਾਰਾ ਤਾਂ ਖੁਸ਼ ਨਹੀਂ ਹੋ ਸਕਦੇ ਮੈਂ ਵੀ ਨਹੀਂ ਖੁਸ਼ ਹੁੰਦਾ ਪਰ ਠੀਕ ਠਾਕ ਆ ਮੰਤਰੀ ਮੰਡਲ ਚੱਲਣ ਦਿਓ ਰੀਸ਼ਫਲਿੰਗ ਹੋਣੀ ਹੈ ਹਾਲੇ ਇਹਦੇ ਵਿੱਚ ਹੋਰ ਮੰਤਰੀ ਆਉਣੇ ਆ ਇਹ 18 ਤੱਕ ਜਾਣਾ ਹੈ ਹਾਲੇ 10-11 ਹੋਏ ਨੇ ਇਹਨਾਂ ਨੇ 18 ਤੱਕ ਜਾਣਾ ਪਹਿਲਾਂ ਪੂਰਾ ਮੰਤਰੀ ਮੰਡਲ ਦੇਖਾਂਗੇ ਉਸ ਤੋਂ ਬਾਅਦ ਫਿਰ ਰੀਸ਼ਫਲਿੰਗ ਹੁੰਦੀ ਰਹੇਗੀ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਟਰੈਕ ਰਿਕਾਰਡ ਰਿਹਾ ਹੈ ਬਹੁਤ ਜਲਦੀ ਮੰਤਰੀਆਂ ਨੂੰ ਰਿਪਲੇਸ ਕਰੀ ਜਾਂਦੇ ਹੁੰਦੇ ਆ ਹੋ ਸਕਦਾ ਜਿਨ੍ਹਾਂ ਨੂੰ ਅੱਜ ਅਸੀਂ ਅੰਡਰ ਐਸਟੀਮੇਟ ਕਰ ਰਹੇ ਹਾਂ ਉਹ ਵਧੀਆ ਪਰਫਾਰਮ ਕਰ ਬਿਲਕੁਲ ਹੈਲੋ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਅਰਸ਼ੀ ਤੇ ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ ਸਤਿ ਸ਼੍ਰੀ ਅਕਾਲ ਸਰ ਮਿੰਟੂ ਸਾਹਿਬ ਇੱਕ
ਕ੍ਰੋਨੋਲੋਜੀ ਦਾ ਕੁਐਸਚਨ ਨਹੀਂ ਪੁੱਛਣਾ, ਕ੍ਰੋਨੋਲੋਜੀ ਜਿਹੜੀ ਤੁਸੀਂ ਉਹ ਸ਼ਬਦ ਯੂਜ਼ ਕੀਤਾ ਸੀ ਕਿਤੇ। ਬਾਦਲ ਸਾਹਿਬ ਨੇ ਆਪਣੀ ਪੈਨਸ਼ਨ ਛੱਡਤੀ ਕਿਉਂਕਿ ਉਹਨਾਂ ਨੂੰ ਪਤਾ ਹੁਣ ਤਾਂ ਉਹਨਾਂ ਨੇ ਆਉਣਾ ਨਹੀਂ, ਤੇ ਉਹਨਾਂ ਨੇ ਇੱਕ ਚੀਜ਼ ਖੇਡੀ ਬੁੱਕਲ ਚੋਂ ਵੀ ਜਿਹੜੇ 200-300 ਬੰਦੇ ਆ ਉਹਨਾਂ ਦੀ ਵੀ ਮਾਰ ਦਿੱਤੀ ਜਾਵੇ ਇਸੇ ਤਰੀਕੇ ਨਾਲ, ਤੇ ਮੈਂ ਵੀ ਚੰਗਾ ਬਣ ਜਾਵਾਂ ਵੀ ਮੈਂ ਛੱਡੀ ਆ ਤੇ ਬਾਕੀ ਡੁੱਬ ਜਾਵੇ। ਉਹਨਾਂ ਨਹੀਂ ਹੈਗਾ ਵੀ ਉਹਨਾਂ ਦਾ ਕਿਆ ਹੁੰਦਾ, ਮੈਂ ਚੰਗਾ ਬਣ ਜਾਵਾਂ। ਜਾਂਦੇ ਜਾਂਦੇ ਵੀ ਉਹ ਗੇਮ ਹੀ ਖੇਲ ਗਏ ਆ ਮੇਰੇ ਹਿਸਾਬ ਨਾਲ। ਚਲੋ ਦੇਖੋ ਸਰ, ਗੇਮ ਖੇਡਦੇ ਜਾਂ ਜਿੱਦਾਂ ਮਰਜ਼ੀ ਹੈ, ਘੱਟੋ ਘੱਟ ਕਿਸੇ ਨੇ ਪਹਿਲ ਕਦਮੀ ਤਾਂ ਕੀਤੀ ਹੈ ਨਾ, ਕਿਸੇ ਨੇ ਪਹਿਲ ਕਦਮੀ ਕੀਤੀ ਹੈ, ਚਾਹੇ ਉਹਦੇ ਪਿੱਛੇ ਕੋਈ ਰਾਜਨੀਤਿਕ ਸੋਚ ਕਿਉਂ ਨਾ ਹੋਵੇ। ਔਰ ਉਸ ਤੋਂ ਬਾਅਦ ਹੀ ਜੇ ਤੁਸੀਂ ਦੇਖੋਗੇ ਤਾਂ ਅਮਨ ਅਰੋੜਾ ਜੀ ਦਾ ਬਿਆਨ ਆਉਂਦਾ ਹੈ ਕਿ ਅਸੀਂ ਵਿਧਾਇਕਾਂ ਦੀ ਪੈਨਸ਼ਨ ਤੇ ਜ਼ਰੂਰ ਐਕਸ਼ਨ ਕਰਾਂਗੇ। ਸਾਡਾ ਮੰਨਣਾ ਹੈ ਕਿ ਇਸ ਚੀਜ਼ ਨੂੰ, ਇਸ ਗੰਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਜੋ ਇਹਨਾਂ ਨੇ ਪਾ ਰੱਖਿਆ। ਮਤਲਬ ਇੱਕ ਚੰਗੀ ਗੱਲ ਆ, ਪਰ ਆਪਣੇ ਆਪ ਦਾ ਪੱਲਾ ਉਹ ਸਾਫ਼ ਕਰ ਗਿਆ ਕਿ ਮੈਂ ਬਹੁਤ ਸਾਫ਼ ਸੁਥਰਾ ਆ। ਮੈਂ ਲੋਕਾਂ ਨੇ ਦੇਖਣਾ ਹੈ ਕਿ ਲੋਕਾਂ ਨੇ ਦੇਖਣਾ ਉਹ ਪੱਲਾ ਸਾਫ਼ ਕਰਨ ਜਾਂ ਨਾ ਕਰਨ, ਲੋਕਾਂ ਨੇ ਉਹਨਾਂ ਨੂੰ ਸਾਫ਼ ਕਰ ਦਿੱਤਾ ਜੀ। ਉਹ ਲੋਕਾਂ ਨੇ ਸਾਫ਼ ਕਰ ਦਿੱਤਾ ਜੀ। ਥੈਂਕ ਯੂ ਸੋ ਮਚ ਕਾਲਰ। 905 813 1320 905 813 1320। ਨੈਕਸਟ ਕਾਲ ਲੈਂਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਭਾਜੀ, ਸੌਰੀ ਮੈਨੂੰ ਦੁਬਾਰਾ ਆਉਣਾ ਪਿਆ। ਮਿੰਟੂ ਭਾਜੀ ਮੇਰਾ ਨਾ ਸਵਾਲ ਏਦਾਂ ਨਹੀਂ ਸੀਗਾ, ਮੇਰਾ ਸਵਾਲ ਸਰ ਤੁਹਾਨੂੰ ਇਹ ਸੀ ਵੀ ਅਗਰ ਜਿਹੜੇ ਵੀ ਜਿੱਦਾਂ ਐਜੂਕੇਟਡ ਜਿਹੜੇ ਡਿਪਾਰਟਮੈਂਟ ਨੂੰ ਕਾਬਲ ਮੈਂ ਇਹ ਨਹੀਂ ਕਿਹਾ ਸੀ ਵੀ ਕਿਸੇ ਸਾਇੰਟਿਸਟ ਨੂੰ ਜਾਂ ਕਿਸੇ ਡਾਕਟਰ ਨੂੰ ਤੁਸੀਂ ਖੇਤੀਬਾੜੀ ਮਹਿਕਮਾ ਦੇ ਦਿਓ। ਉਹ ਹੁਣ ਜਿਸ ਤਰ੍ਹਾਂ ਪੁਲਿਸਿੰਗ ਡਿਪਾਰਟਮੈਂਟ ਗ੍ਰਹਿ ਮੰਤਰਾਲੇ ਥੱਲੇ ਆਉਂਦਾ ਤੇ ਉਹਦੇ ਨਾਲੋਂ ਆਪਣੇ ਭਾਜੀ ਉਹਦੇ ਚ ਵੀ ਕੰਫਲਿਕਟ ਆਫ ਇੰਟਰਸਟ ਹੋ ਜਾਏਗਾ ਨਾ, ਜਿਹੜਾ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜ਼ਿਕਰ ਕਰ ਰਹੇ ਹੋ ਭਾਜੀ, ਉਹ ਵੀ ਕੰਫਲਿਕਟ ਆਫ ਇੰਟਰਸਟ ਹੋ ਜਾਏਗਾ ਕਿ ਕਿਸੇ ਬੰਦੇ ਨੇ ਪਹਿਲਾਂ ਕਿਸੇ ਕੇਸ ਦੇ ਵਿੱਚ ਕੰਮ ਕੀਤਾ ਹੈ, ਉਹ ਮੰਤਰੀ ਹੋਮ ਮਿਨਿਸਟਰ ਬਣ ਜਾਂਦਾ ਹੈ। ਉਹ ਉੱਥੇ ਜਿਵੇਂ ਤੁਸੀਂ ਵਕਾਲਤ ਦੇ ਵਿੱਚ ਦੇਖਿਆ ਹੋਏਗਾ ਕਿ ਜਦੋਂ ਕੋਈ ਵਕਾਲਤ ਦੇ ਵਿੱਚ ਵਕੀਲ ਕੋਈ ਕੇਸ ਲੜ ਰਿਹਾ ਹੁੰਦਾ ਹੈ, ਉਸ ਤੋਂ ਬਾਅਦ ਉਹ ਜੱਜ ਪ੍ਰਮੋਟ ਹੋ ਜਾਂਦਾ ਹੈ, ਜੱਜ ਬਣ ਜਾਂਦਾ ਹੈ, ਉਸ ਕੇਸ ਨੂੰ ਉਹ ਫਿਰ ਛੱਡ ਜਾਂਦਾ ਹੈ ਕਿ ਨਹੀਂ ਬਈ ਇਹ ਕੰਫਲਿਕਟ ਆਫ ਇੰਟਰਸਟ ਕਿਸੇ ਸਮੇਂ ਇਸ ਕੇਸ ਦੇ ਵਿੱਚ ਮੈਂ ਇਨਵੋਲਵ ਰਿਹਾ ਜੀ। ਉਹ ਚੀਜ਼ ਵੀ ਵੇਖਣੀ ਪਏਗੀ ਨਾ ਜੇ ਤੁਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਚਾਹੁੰਦੇ ਹੋ ਕਿ ਹੋਮ ਮਿਨਿਸਟਰ ਬਣ ਜਾਣੋ, ਤਾਂ ਇੱਥੇ ਇਹ ਸਮੱਸਿਆ ਵੀ ਆਉਂਦੀ ਹੋਏਗੀ ਨਾ। ਬਾਕੀ ਵੇਟ ਕਰੋ ਭਾਜੀ, ਮੈਂ ਕੋਈ ਦੇਖੋ ਨਾ ਕੋਈ ਪੰਡਤ ਆ ਨਾ ਕੋਈ ਸਿਆਸਤਦਾਨ ਹੈ ਵੀ ਅੱਗੇ ਕੀ ਹੋਏਗਾ, ਪਰ ਮੇਰਾ ਮੰਨਣਾ ਇਹ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਇਸ ਤਰ੍ਹਾਂ ਮੰਤਰੀ ਲਿਆਂਦੇ ਜਾਣਗੇ ਔਰ ਬਦਲੇ ਜਾਣਗੇ ਬਹੁਤ ਜਲਦੀ ਜਿਸ ਤਰ੍ਹਾਂ ਦਾ ਇਹਨਾਂ ਦਾ ਰਿਕਾਰਡ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਮੇਰਾ ਤਾਂ ਇਹ ਮੰਨਣਾ ਆ ਕਿ ਮਤਲਬ ਜਿਹਨਾਂ ਮਿਨਿਸਟਰੀਆਂ ਦਿੱਤੀਆਂ ਗਈਆਂ ਹਾਲੇ ਉਹਨਾਂ ਨੂੰ ਸਾਲ ਦਾ ਦੇਖੋ ਕਿ ਹਾਂ ਵੀ ਸਾਲ ਦੇ ਵਿੱਚ ਕੀ ਕਰ ਰਹੇ ਆ, ਫਿਰ ਉਹਨਾਂ ਦੇ ਉੱਤੇ ਆਪਾਂ ਕੋਈ ਕੁਐਸਚਨ ਚੱਕ ਸਕਦੇ ਹਾਂ। ਹਾਲੇ ਤਾਂ ਉਹਨਾਂ ਨੂੰ ਮਿਨਿਸਟਰੀਆਂ ਦਿੱਤੀਆਂ ਆ, ਹਾਲੇ ਉਹ ਆਏ ਆ ਜਦੋਂ ਉਹ ਆਪਣੀਆਂ ਕਿੰਨਾਂ ਦੀ ਪੜ੍ਹਾਈ ਕਰਕੇ ਤਾਂ ਆਪਣਾ ਸਾਰਾ ਕੁਝ ਦੇਣਗੇ ਰਿਜ਼ਲਟ ਕਿ ਹਾਂ ਵੀ ਅਸੀਂ ਸਾਲ ਦੇ ਵਿੱਚ ਆਹ ਕੁਝ ਕੀਤਾ ਆ, ਫਿਰ ਉਹਦੇ ਵਿੱਚੋਂ ਆਪਾਂ ਕੁਛ ਨਾ ਕੁਛ ਕੱਢ ਸਕਦੇ ਹਾਂ। ਨੰਬਰ 2 ਕਿ ਮਤਲਬ ਮੈਨੂੰ ਇਹ ਦੱਸਿਓ ਕਿ ਮਤਲਬ ਜਿੱਦਾਂ ਹੁਣ ਛਿੱਟ ਨਵੀਂ ਕਹਿੰਦੇ ਬਣ ਆ ਰਹੀ ਆ, ਮਜੀਠੀਆ ਸਾਹਿਬ ਉਹਨਾਂ ਦੇ ਜਿਹੜੇ ਪਹਿਲੀਆਂ ਚਿੱਠੀਆਂ ਉੱਤੇ ਪਈਆਂ ਆ ਉਹ ਵੀ ਕਿੰਨੀ ਕੁ ਛੇਤੀ ਖੁੱਲਣ ਦੀ ਤੁਹਾਡੀ ਉਮੀਦ ਆ ਕਿ ਉਹ ਵੀ ਛੇਤੀ ਖੁੱਲਣਗੇ, ਤਾਂ ਜਿਹੜੀ ਨਵੀਂ ਸਿੱਟ ਬਣ ਰਹੀ ਆ ਕਿੰਨਾ ਕੁ ਮਜੀਠੀਆ ਨੂੰ ਹੋਰ ਡੈਮੇਜ ਇਹਦੇ ਨਾਲ ਹੋਊਗਾ, ਇਹਦੇ ਬਾਰੇ ਦੱਸੋ ਜੀ। ਥੈਂਕ ਯੂ ਸੋ ਮਚ। ਮੈਨੂੰ ਤੁਹਾਡੀ ਆਵਾਜ਼ ਨਹੀਂ ਸਹੀ ਸੁਣਾਈ ਦਿੱਤੀ। ਉਹ ਕਹਿ ਰਹੇ ਨੇ ਕਿ ਮਜੀਠੀਆ ਸਾਹਿਬ ਨੂੰ ਇਸ ਵੇਲੇ ਉਹਨਾਂ ਦੇ ਪੁਰਾਣੇ ਚਿੱਠੀਆਂ ਵੀ ਫੋਲ ਰਹੇ ਨੇ ਤੇ ਉਹਨਾਂ ਨੂੰ ਦਬਾ ਰਹੇ ਨੇ। ਕੀ ਤੁਹਾਡੇ ਵਿਚਾਰ ਨੇ ਇਸ ਨੂੰ ਲੈ ਕੇ ਕਿ ਕਿੱਥੇ ਮਜੀਠੀਆ ਸਾਹਿਬ ਖੜੇ ਨੇ ਅੱਜ ਦੀ ਡੇਟ 'ਚ? ਨਹੀਂ ਦੇਖੋ, ਬਿਕਰਮ ਸਿੰਘ ਮਜੀਠੀਆ ਵਾਸਤੇ ਸਮਾਂ ਬਹੁਤ ਔਖਾ ਹੋਏਗਾ ਆਉਣ ਵਾਲੇ ਸਮੇਂ 'ਚ, ਕਿਉਂਕਿ ਜ਼ਮਾਨਤ ਉਹਦੀ ਹੋਣੀ ਨਹੀਂ ਹੈ ਛੇਤੀ ਕਿਤੇ। ਉਹਦੇ 'ਚ ਇੱਕ ਗੁੰਝਲ ਹੁੰਦੀ ਹੈ, ਇੱਕ ਕਾਰਨ ਹੁੰਦਾ ਹੈ ਕਿ ਦੇਖੋ ਜੇ ਐਡੇ ਵੱਡੇ ਡਰੱਗ ਰੈਕਟ ਦੇ ਵਿੱਚ ਕਿਸੇ ਨੂੰ ਬੜੀ ਇਜ਼ੀਲੀ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਹੁੰਦਾ ਕੀ ਹੈ ਕਿ ਉਸੇ ਆਰਡਰ ਕਾਪੀ ਨੂੰ ਫਿਰ ਅੱਗੇ ਲਾ ਕੇ ਤਾਂ ਗਰਾਊਂਡ ਬਣਾ ਲਿਆ ਜਾਂਦਾ ਕਿ ਐਡੇ ਵੱਡੇ ਕੇਸ ਦੇ ਵਿੱਚ ਸਰ ਫਲਾਣੇ ਨੂੰ ਜ਼ਮਾਨਤ ਦਿੱਤੀ ਗਈ ਤਾਂ ਸਾਨੂੰ ਕਿਉਂ ਨਹੀਂ ਜੀ। ਤੇ ਇਸ ਕਰਕੇ ਇਹ ਜਿਹੜੀਆਂ ਜ਼ਮਾਨਤਾਂ ਦੇ ਫੈਸਲੇ ਹੁੰਦੇ ਆ ਬੜੇ ਸੋਚ ਸਮਝ ਕੇ ਲਏ ਜਾਂਦੇ, ਖਾਸ ਤੌਰ ਤੇ NDPS ਦੇ ਮਾਮਲੇ 'ਚ। ਔਰ ਕੋਰਟ ਨੇ ਸਾਫ਼ ਕਰ ਦਿੱਤਾ ਸੀਗਾ ਕਿ ਇਹ ਪ੍ਰਬੰਧ ਨਹੀਂ ਹੈਗਾ ਕਿ NDPS ਵਾਲੇ ਨੂੰ ਐਂਟੀਸਪੇਟਰੀ ਬੇਲ ਦਿੱਤੀ ਜਾਵੇ, ਤੁਹਾਨੂੰ ਸਰੈਂਡਰ ਕਰਨਾ ਪਵੇਗਾ ਜੀ ਜੀ ਜੀ। ਇਸ ਕਰਕੇ ਬਿਕਰਮ ਸਿੰਘ ਮਜੀਠੀਏ ਵਾਸਤੇ ਅਗਲਾ ਸਮਾਂ ਜਿਹੜਾ, ਕਿਉਂਕਿ ਦੇਖੋ ਇਹਨਾਂ ਦਾ ਬੇਸ਼ੱਕ ਚੀਫ ਮਿਨਿਸਟਰ ਉਸ ਸਮੇਂ ਦਿੱਲੀ ਦਾ ਮਾਫੀ ਮੰਗ ਗਿਆ ਸੀਗਾ, ਪਰ ਸੰਜੇ ਸਿੰਘ ਅਜੇ ਵੀ ਅੜਿਆ ਹੋਇਆ ਹੈ। ਤੇ ਦੂਜੀ ਗੱਲ ਇਹ ਕਿ ਇਹਨਾਂ ਤੇ ਪ੍ਰੈਸ਼ਰ ਰਹੇਗਾ ਕਿ ਇਸ ਕੇਸ ਨੂੰ ਇਹ ਲਾਈਟਲੀ ਨਾ ਲੈਣ,
क्योंकि ਜਿਹੜਾ ਵੀ ਹੁਣ ਕਰਨਾ ਹੈ ਉਹਦਾ ਜ਼ਿੰਮੇਵਾਰ ਤੇ ਇਹੀ ਸਰਕਾਰ ਹੋਏਗੀ ਨਾ। ਇਹਦਾ ਕੰਮ ਜਿਹੜਾ ਢਾਂਚਾ ਕੰਮ ਕਰਨ ਵਾਲਾ ਕਾਨੂੰਨੀ ਢਾਂਚਾ ਜਿਹੜਾ ਵੀ ਮਤਲਬ ਦੇਖੇਗਾ, ਉਹਦੀ ਅਗਵਾਈ ਕਰੇਗਾ, ਤਾਂ ਉਹਦੇ ਤੇ ਹੀ ਜਾਣਾ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਕੇਸ ਜਿਹੜਾ ਹੋਰ ਵੀ ਤਾਕਤਵਰ ਤਰੀਕੇ ਨਾਲ ਲੜੇਗੀ। ਜੀ ਸਤਿ ਸ਼੍ਰੀ ਅਕਾਲ ਜੀ। ਨੈਕਸਟ ਕਾਲ। ਹਾਂਜੀ ਜੀ ਤੇ ਆਪਣਾ ਮਿੰਟੂ ਗੁਰੂਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਆਪਣਾ ਮਿੰਟੂ ਜੀ, ਮੈਂ ਕਹਿਣਾ ਸੀ ਦੇਖੋ ਜਨਤਾ ਨਾ ਬਹੁਤ ਕਾਹਲੀ ਪੈ ਜਾਂਦੀ ਹੈ ਜੀ, ਕਾਲਰ ਯਾਨੀ ਕਿ ਜਾਂ ਕੁਛ ਵੀ। ਹਜੇ ਤਾਂ ਉਹਨਾਂ ਦਾ ਜਿੱਦਾਂ ਮੁੰਡਾ ਵਿਆਹ ਹੀ ਨਹੀਂ ਹੁੰਦਾ ਹੈਗਾ ਜੀ, ਉਹਨੂੰ ਮਹੀਨਾ 2 ਮਹੀਨੇ ਤਾਂ ਕੁਝ ਸੁੱਝਦਾ ਹੀ ਨਹੀਂ ਹੈਗਾ ਵੀ ਮੈਂ ਕੀ ਕਰਨਾ ਕੀ ਨਹੀਂ, ਉਦੋਂ ਚਾਅ ਇੰਨਾ ਹੁੰਦਾ। ਹਜੇ ਤਾਂ ਇਹਨਾਂ ਦਾ ਹਨੀਮੂਨ ਪੀਰੀਅਡ ਚੱਲਣਾ ਸ਼ੁਰੂ ਹੋਇਆ ਜੀ, ਕਹਿੰਦਾ ਮਤਲਬ। ਤੇ ਹੁਣ ਹੀ ਲੋਕ ਪੁੱਛਣ ਲੱਗ ਗਏ ਜੀ ਉਹ ਕੀ ਕਰਨਗੇ ਕੀ ਨਹੀਂ ਕਰਨਗੇ। ਤੇ ਬਾਕੀ ਦੇਖੋ ਜਿਹੜੀ ਪੜ੍ਹਾਈ ਜਿਹੜੀ ਹੈਗੀ ਆ ਜੀ, ਹੁਣ ਪਿੱਛੇ ਆਪਣੀਆਂ ਸਰਕਾਰਾਂ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਮਿਡਲ ਕਲਾਸ ਵਾਲੇ ਬਣਾਏ ਹੋਏ ਸੀਗੇ ਜੀ। ਦੱਸੋ ਉਹਨਾਂ ਨੂੰ ਜਦੋਂ ਕੋਈ ਪਤਾ ਹੀ ਨਹੀਂ ਹੈਗਾ ਵੀ ਕੁਰੀਕੁਲਮ ਕੀ ਹੁੰਦਾ ਕੀ ਨਹੀਂ ਹੁੰਦਾ ਹੈਗਾ ਨਾ। ਸੋ ਇਹ ਹੁਣ ਜੇ ਬੰਦੇ ਪੜ੍ਹੇ ਲਿਖੇ ਆਏ ਨੇ ਜੀ, ਇਹ ਕਰਨਗੇ ਕੁਛ ਨਾ ਕੁਛ ਕਰਨਗੇ। ਇਹਨਾਂ ਨੂੰ ਥੋੜਾ ਜਿਹਾ ਹਨੀਮੂਨ ਪੀਰੀਅਡ ਤੋਂ ਬਾਹਰ ਨਿਕਲਣ ਦਿਓ। ਇਹਨਾਂ ਕੋਲੇ 5 ਸਾਲ ਹੈਗੇ ਆ, ਮਹੀਨਾ ਕੁ ਤਾਂ ਦਿਓ। ਹੁਣੇ ਹੀ ਕਿੰਤੂ ਪਰੰਤੂ ਸ਼ੁਰੂ ਕਰਤੇ ਜੀ ਕਰਨੇ, ਤੇ ਉਹ ਹੁਣ ਕਰ ਵੀ ਰਿਹਾ ਜੀ, ਹੌਲੀ ਹੌਲੀ ਸਟੈਪ ਚੱਕ ਰਿਹਾ ਹੈਗਾ। ਸੋ ਮੇਰੇ ਹਿਸਾਬ ਨਾਲ ਹਜੇ ਟੂ ਅਰਲੀ ਆ ਜੀ, ਯਾਨੀ ਕਿ ਥੋੜੀ ਜਿਹੀ ਪੇਸ਼ੈਂਸ ਬੰਦਿਆਂ ਨੂੰ ਰੱਖਣੀ ਚਾਹੀਦੀ ਹੈਗੀ ਹੈ ਜੀ। ਤੇ ਬਸ ਇਹੀ ਚੀਜ਼ ਮੈਂ ਤਾਂ ਕਹਿਣਾ ਹੈਗਾ। ਬਾਕੀ ਜਿਹੜੇ ਆਪਣੇ ਪ੍ਰਤਾਪ ਸਿੰਘ ਹੈਗੇ ਆ ਨਾ ਜੀ, ਜਿਹੜੇ ਜੇ ਇਹਨਾਂ ਦਾ ਨੰਬਰ ਬਾਅਦ ਚ ਲੱਗੂਗਾ, ਲੇਕਿਨ ਅਮਨ ਅਰੋੜਾ ਸੀਗਾ ਜੀ ਜਿਹੜਾ ਇਲੈਕਸ਼ਨਾਂ ਤੋਂ ਬਾਅਦ ਉਹਨੂੰ ਕੇਜਰੀਵਾਲ ਨੂੰ ਬਿਲਕੁਲ ਪਤਾ ਲੱਗ ਗਿਆ ਸੀ, ਬਿਲਕੁਲ ਰਾਈਟ ਟਾਈਮ ਤੇ ਜੀ। ਉਹਨੇ ਬਿਲਕੁਲ ਜਦੋਂ ਸ਼ੁਰੂ ਐਂਡ ਹੋਣ ਲੱਗੀ ਨਾ ਇਲੈਕਸ਼ਨ, ਉਹ ਜਾਣ ਲੱਗਿਆ ਸੀਗਾ ਜੀ, ਹੋਣ ਲੱਗਿਆ ਸੀ ਜਿਵੇਂ ਦਲ ਬਦਲੂ ਹੋਣ ਲੱਗਿਆ ਵੀ ਉਹਨੇ ਆਖਿਆ ਵੀ ਹੁਣ ਕੁਝ ਨਹੀਂ ਬਣਨਾ, ਆਮ ਆਦਮੀ ਪਾਰਟੀ ਨੇ ਹਾਰ ਜਾਣਾ। ਉਹ ਕੇਜਰੀਵਾਲ ਨੂੰ ਪਤਾ ਲੱਗ ਗਿਆ ਸੀਗਾ ਜੀ, ਕਹਿੰਦਾ ਮਤਲਬ ਕਿ ਇਹ ਬੰਦਾ ਮੇਰਾ ਫੇਥਫੁਲ ਨਹੀਂ ਹੈਗਾ ਜੀ, ਉਹਨੂੰ ਤਾਂ ਨਹੀਂ ਮਿਨਿਸਟਰੀ ਅਜੇ ਦੇ ਰਹੇ ਹੈਗੇ। ਡਜ਼ਨਟ ਮੈਟਰ ਉਹ 75,000 ਵੋਟ ਤੇ ਜਿੱਤਿਆ ਹੈਗਾ ਜੀ। ਇਹ ਮੈਨੂੰ ਆਪਣਾ ਸੋਚਣੀ ਵਿਚਾਰਨੀ ਹੈਗੀ ਹੈ ਜੀ, ਇਸੇ ਕਾਰਨ ਕਰਕੇ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੈਗੇ ਜੀ। ਦੇਖੋ ਸਰ, ਕੋਈ ਗੱਲ ਨਹੀਂ ਹੈ, ਸਾਰੇ ਕਾਲਰ ਆਪਣੇ ਸਨਮਾਨਯੋਗ ਨੇ। ਜੇ ਕੋਈ ਮਤਲਬ ਕਿ ਡਿਫਰ ਕਰਦਾ ਹੈ ਜਾਂ ਕੋਈ ਉਹਦਾ ਆਪਣਾ ਆਪਣੇ ਵਿਚਾਰ ਨੇ, ਕੋਈ ਗੱਲ ਨਹੀਂ, ਆਉਣ ਦੇ, ਕੋਈ ਗੱਲ ਨਹੀਂ। ਆਪਾਂ ਆਲਵੇਜ਼ ਸਵਾਗਤ ਕਰਦੇ ਹਾਂ। ਸਹਿਮਤ ਹੋਣਾ ਉਹ ਇੱਕ ਬਹੁਤ ਵਧੀਆ ਚੀਜ਼ ਹੈ ਕਿ ਅਸੀਂ ਸਾਰੇ ਇੱਕਮਤ ਨਹੀਂ ਹੁੰਦੇ, ਕਿਉਂਕਿ ਜਿੱਥੇ ਇੱਕਮਤ ਹੋ ਜਾਣਗੇ ਉੱਥੇ ਵਿਚਾਰ ਖਤਮ ਹੋ ਜਾਣਗੇ। ਗੱਲ ਇਹ ਆ ਕਿ ਕੋਈ ਚੱਕਰ ਨਹੀਂ, ਰਲਵਾ ਮਿਲਵਾ ਕੰਮ ਚੱਲਣਾ ਚਾਹੀਦਾ। ਉਹਨਾਂ ਦੀ ਵੀ ਹਮੇਸ਼ਾ ਸਵਾਲ ਕਰਨ ਦੀ ਬੜੀ ਵਧੀਆ ਸ਼ੈਲੀ ਹੈ, ਗਜ਼ਬ ਦੀ ਸ਼ੈਲੀ ਹੈ। ਸਵਾਲ ਬਹੁਤ ਅੱਛਾ ਕੱਢ ਕੇ ਲਿਆਉਂਦੇ ਨੇ ਕਾਲਰ ਜਿਹੜੇ ਆਏ ਨੇ, ਭਾਜੀ ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਬਟ ਬਹੁਤ ਜ਼ਬਰਦਸਤ ਹੁੰਦੀ ਹੈ ਉਹਨਾਂ ਦੀ, ਮਤਲਬ ਕਿ ਨਿਚੋੜ ਹੁੰਦਾ ਹੈ ਜੀ। ਚਲੋ ਗੱਲ ਜਿਹੜੀ ਹੈ ਕਿ ਦੇਖੋ ਸਮਾਂ ਵਾਕਿਆ ਉਹਨਾਂ ਨੂੰ ਮਿਲਣਾ ਚਾਹੀਦਾ। ਬਾਕੀ ਜਿੱਥੋਂ ਤੱਕ ਅਮਨ ਅਰੋੜਾ ਦੀ ਗੱਲ ਆ, ਮੇਰੇ ਖਿਆਲ ਦੇ ਨਾਲ ਇੱਕ ਹੋਰ, ਮੈਨੂੰ ਉਸ ਚੀਜ਼ ਬਾਰੇ ਕਿਉਂਕਿ ਨਹੀਂ ਪਤਾ, ਮੈਂ ਉਸ ਤੇ ਬਹੁਤੀ ਟੀਕਾ ਟਿੱਪਣੀ ਨਹੀਂ ਕਰੂੰਗਾ, ਪਰ ਇੱਕ ਚੀਜ਼ ਮੇਰੀ ਜਿਹੜੀ ਮਤਲਬ ਕਿ ਬਣਦੀ ਪਈ ਆ ਬੁੱਧੀ, ਤਾਂ ਉਹ ਇਹੋ ਆ ਕਿ ਇੱਕ ਤਵਾਜ਼ਨ ਜਿਹਾ ਰੱਖਿਆ ਗਿਆ ਇਸ ਮਾਮਲੇ 'ਚ ਵੀ। ਕੁਛ ਜਿਹੜੇ ਹਾਈ ਕਮਾਂਡ ਦੇ ਬਹੁਤ ਨੇੜੂ ਹੈ ਤੇ ਕੁਛ ਭਗਵੰਤ ਮਾਨ ਦੇ ਵੀ ਨਜ਼ਦੀਕੀ ਜਿਹੜੇ ਆ, ਉਹ ਇੱਕ ਸਕੀਮ ਦਾ ਹਿੱਸਾ ਨੇ ਜਿੰਨੀ ਕੋ ਹਾਲੇ ਆਪਣੇ ਸਾਹਮਣੇ ਆਈ ਆ। ਹਾਲੇ ਹੋਰ ਚਿਹਰੇ ਜਿਹੜੇ ਆ ਇਨਕਲੂਡ ਕੀਤੇ ਜਾਣਗੇ ਜਾਂ ਫਿਰ ਰੀਸ਼ਫਲਿੰਗ ਦੇ ਵਿੱਚ ਉਹਨਾਂ ਨੂੰ ਰਿਪਲੇਸ ਕੀਤਾ ਜਾਏਗਾ ਅੱਗੇ ਚੱਲ ਕੇ। ਮੇਰਾ ਇਹ ਮੰਨਣਾ ਕਿ ਬਹੁਤ ਘੱਟ ਸਮਾਂ ਮਿਲੇਗਾ ਮੰਤਰੀ ਨੂੰ। ਇੱਥੇ ਇਹੀ ਹੋਏਗਾ ਕਿ ਜਾਂ ਤਾਂ ਕੰਮ ਕਰਕੇ ਦਿਖਾਓ ਜਾਂ ਬਸ ਜੀ। ਇਸ ਕਰਕੇ ਟਾਈਮ ਤਾਂ ਵਾਕਿਆ ਦੇਣਾ ਬਣਦਾ, ਕਿਉਂਕਿ ਕੈਬਨਿਟ ਦੀ ਮੀਟਿੰਗ ਹੋਏਗੀ, ਫਿਰ ਉਸ ਤੋਂ ਬਾਅਦ ਫੈਸਲਾ ਲੈਣਗੇ, ਉਸ ਤੋਂ ਬਾਅਦ ਫਿਰ ਨੀਤੀਗਤ ਅਮਲ ਜਿਹਨੂੰ ਆਪਾਂ ਕਹਿੰਦੇ ਆ ਉਹ ਸ਼ੁਰੂ ਹੋਏਗਾ, ਫਿਰ ਰਿਜ਼ਲਟ ਬਣਨੇ ਸਟਾਰਟ ਹੋਣਗੇ। ਉਸ ਤੋਂ ਬਾਅਦ ਫਿਰ ਆਪਾਂ ਵੀ ਖੁੰਬ ਥੱਪਿਆ ਕਰਾਂਗੇ ਭਾਈ ਜਿੱਥੇ ਗਲਤ ਹੋਣੀ। ਠੀਕ ਹੈ ਜੀ। ਸਾਰੀਆਂ ਕਾਲਾਂ ਫਲੈਸ਼ ਕਰ ਰਹੇ ਨੇ ਮਿੰਟੂ ਜੀ, ਲੱਗਦਾ ਆਪਾਂ ਕਾਲਸ ਹੀ ਜ਼ਿਆਦਾ ਲਵਾਂਗੇ ਜੀ, ਅੱਜ ਫਰਾਈਡੇ ਵਾਲਾ ਦਿਨ ਹੈ। ਸੋ 905 813 1320 905 813 1320 ਆਲ ਦ ਲਾਈਨਸ ਆਰ ਫਲੈਸ਼ਿੰਗ। ਸੋ ਕਾਲਰਸ ਨੂੰ ਬੇਨਤੀ ਹੈ ਕਿ ਪਲੀਜ਼ ਥੋੜਾ ਜਿਹਾ ਪੇਸ਼ੈਂਸ ਰੱਖਣਾ, ਤੁਹਾਡੀ ਵਾਰੀ ਆ ਜਾਵੇਗੀ ਨੈਕਸਟ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਇੱਕ ਕਹਾਵਤ ਨਹੀਂ ਹੈਗੀ ਕਿ ਕੁੜੀ ਪੇਟ ਕਣਕ ਖੇਤ ਆ ਜਵਾਈ ਮੰਡੇ ਖਾ, ਸਾਡਾ ਉਹੀ ਹਾਲ ਤਾਂ ਨਹੀਂ ਹੋਇਆ ਹੋਇਆ? ਨਹੀਂ ਕੋਈ ਨਹੀਂ ਭਾਜੀ, ਦੇਖੋ ਗੱਲ ਕੀ ਹੈ ਕਿ ਕੁਛ ਬੰਦੇ ਹੁੰਦੇ ਨੇ ਮਤਲਬ ਕਿ ਸਮਾਜ ਦੇ ਵਿੱਚ ਉਹ ਵੀ ਬੜੇ ਸਤਿਕਾਰਯੋਗ ਹੁੰਦੇ ਜਿਹੜੇ ਗਾਂ ਦਾ ਸੋਚਦੇ ਆ, ਕੁਛ ਹੁੰਦੇ ਜਿਹੜੇ ਵਰਤਮਾਨ 'ਚ ਰਹਿ ਕੇ ਸੋਚਦੇ ਆ, ਕੁਛ ਮੇਰੇ ਅੱਗੇ ਪਿੱਛਾ ਤੁਰੇ ਫਿਰਦੇ ਆ ਪਿਛਲੇ ਸਮੇਂ 'ਚ। ਤਾਂ ਜਿਹੜਾ ਵਰਤਮਾਨ ਵਾਲਾ ਹੈ ਜਾਂ ਜਿਵੇਂ ਉਹ ਆਪਣੇ ਕਾਲਰ ਨੇ ਜਿਹੜੇ ਗਾਂ ਦਾ ਸੋਚਦੇ, ਦੋਨੇ ਅੱਛੇ, ਮੇਰਾ ਖਿਆਲ ਤਾਂ ਦੋਨੇ ਅੱਛੇ ਜੀ। Thank you so much ਜੀ। ਲੈਂਦੇ ਨੈਕਸਟ ਕਾਲ ਔਨ ਦੀ 에ਅਰ 905 813 1320। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ। ਲੱਗਦਾ ਚਾਹੀਦੀ ਆ। ਥੈਂਕ ਯੂ ਸੋ ਮਚ ਜੀ। ਨਹੀਂ ਠੀਕ ਹੈ ਜੀ, ਮੈਂ ਵੀ ਮੰਨਦਾ ਕਿ ਸਭ ਤੋਂ ਪਹਿਲਾ ਰਿਸਪੌਂਸ ਜਿਹੜਾ ਆ ਉਹ
30 ਦੇ ਵੈਸੇ 5 ਮੈਂ ਗਿਣੇ ਸੀਗੇ ਕਿ 5 ਰਿਫਾਰਮਸ ਪੰਜਾਬ ਦੇ ਵਿੱਚ, ਪੰਜਾਂ ਤੋਂ ਹੀ ਕਹਿੰਦੇ ਆ ਕਿ ਆਪਣਾ ਪੰਜਾਬ ਆ 5 ਪਾਣੀਆਂ ਤੋਂ 5 ਰਿਫਾਰਮਸ ਨੇ। ਤੇ ਅੱਛਾ 30 ਤੋਂ, ਪਰ ਸਭ ਤੋਂ ਪਹਿਲਾਂ ਪੋਲੀਟੀਕਲ ਰਿਫਾਰਮ, ਸੈਕੰਡ ਪੋਲੀਟੀਕਲ ਰਿਫਾਰਮ। ਹਾਂਜੀ, ਪੋਲੀਟੀਕਲ ਰਿਫਾਰਮਸ ਦੇ ਵਿੱਚ ਹੀ ਆ ਜਾਏਗਾ ਨਾ, ਪੈਨਸ਼ਨਾਂ ਲੈ ਲਈ ਜਾਂਦੇ ਆ 6-6 ਲੱਖ ਪੈਨਸ਼ਨ, 6 ਲੱਖ ਅਰਸ਼ ਜੀ। ਕਈ ਬੰਦੇ ਸਾਰੀ ਜ਼ਿੰਦਗੀ 'ਚ ਇਕੱਠਾ ਹੱਥ 'ਚ ਫੜ ਕੇ ਨਹੀਂ ਦੇਖ ਪਾਉਂਦੇ, ਉਹ ਮਰ ਜਾਂਦੇ ਨੇ। ਬਿਲਕੁਲ 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 6 ਲੱਖ ਰੁਪਇਆ। ਸੋ ਇੱਕ ਬੰਦੇ ਨੂੰ 6 ਲੱਖ ਰੁਪਇਆ ਹਾਰ ਕੇ ਨੂੰ, ਔਰ ਕਮਾਲ ਦੀ ਗੱਲ ਹੈ ਕਿ ਮੇਰੇ ਮੁਲਕ 'ਚ ਐਸਾ ਗੰਦ ਪਿਆ ਗਿਆ ਕਿ ਚੁਟਾਲੇ ਜੇਲ੍ਹ 'ਚ ਚਲੇ ਜਾਂਦੇ ਸਜ਼ਾ ਯਾਫਤਾ ਹੋ ਕੇ ਜੇਲ੍ਹ 'ਚ, ਮਗਰ ਉਹਨਾਂ ਦੇ 1.25 ਲੱਖ ਪੈਨਸ਼ਨ ਜਾਂਦੀ। ਲੋ ਜੀ, ਲੈਂਦੇ ਨੈਕਸਟ ਕਾਲ ਔਨ ਦੀ 에ਅਰ, ਸਪਾਂਸਰਡ ਬਾय ਰਵੀ ਗੁਲਾਟੀ ਲਾਅ ਆਫਿਸ ਦੇ ਰਵਿੰਦਰਪਾਲ ਸਿੰਘ ਗੁਲਾਟੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਬਾਈ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਬਾਈ ਜੀ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਵੀ ਜਿਵੇਂ ਹੁਣ ਆਪਾਂ ਆਸ ਕਰ ਰਹੇ ਹਾਂ ਵੀ ਜਿਹੜੀ ਨਸ਼ਿਆਂ ਦੇ ਮਾਮਲੇ 'ਚ ਵੀ ਸੈੱਟ ਕੰਮ ਕਰੂਗੀ, ਜਿਵੇਂ ਜਿਹੜਾ 2017 ਦੀ ਇਲੈਕਸ਼ਨ ਵੇਲੇ ਜੀ ਮੌੜ ਮੰਡੀ ਬੰਬ ਧਮਾਕਾ ਹੋਇਆ ਸੀਗਾ, ਜਿੱਥੇ ਕਈ ਬੱਚੇ ਵਿਚਾਰੇ ਅਨਹੋਣੀ ਮੌਤ ਮਰ ਗਏ ਸੀਗੇ। ਉਹ ਪਿਛਲੀ ਸਰਕਾਰ ਨੇ, ਕੈਪਟਨ ਸਰਕਾਰ ਨੇ ਜਿਹੜੀ ਉਹਦੀ ਇਨਵੈਸਟੀਗੇਸ਼ਨ ਸੀ ਦੱਬ ਲਈ ਸੀ ਰਿਪੋਰਟ, ਉਹ ਅੱਗੇ ਕਿਸੇ ਤਨ ਪੱਤਣ ਨਹੀਂ ਸੀ ਲੱਗੀ। ਤੁਹਾਨੂੰ ਲੱਗਦਾ ਵੀ ਹੁਣ ਇਹ ਸਰਕਾਰ ਆ ਕੇ ਕੁਝ ਉਹਨੂੰ ਵੀ ਕਿਤੇ ਸਿਰੇ ਲਾਊਗੀ, ਉਹਦੀ ਵੀ ਕੋਈ ਇਨਵੈਸਟੀਗੇਸ਼ਨ ਹੋਊਗੀ? ਇਹ ਕਰਨੀ ਪੈਣੀ ਹੈ ਜੀ, ਇਹ ਕਰਨੀ ਪੈਣੀ ਹੈ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਹੈ। ਹਾਈ ਕੋਰਟ ਦੀ ਨਿਗਰਾਨੀ 'ਚ ਇਹ ਸਭ ਕੁਝ ਹੁਣ ਚੱਲਣਾ ਸਟਾਰਟ ਹੋਇਆ। ਹਾਈ ਕੋਰਟ ਨੇ ਡੰਡੇ ਦੇ ਜ਼ੋਰ ਤੇ ਕਰਵਾ ਲੈਣੀ ਹੈ, ਜੇ ਭੱਜਣਗੇ ਵੀ ਨਾ ਤਾਂ ਹਾਈ ਕੋਰਟ ਨੇ ਕਰਵਾ ਲੈਣੀ ਹੈ, ਕਿਉਂਕਿ ਹਾਈ ਕੋਰਟ ਸਾਰੀ ਨਿਗਰਾਨੀ ਕਰ ਰਿਹਾ ਉਸ ਮਸਲੇ ਦੀ। ਔਰ ਮੇਰਾ ਜ਼ਾਤੀ ਤੌਰ ਤੇ ਵੀ ਮੰਨਣਾ ਕਿ ਜਦੋਂ ਬਹਿਬਲ ਕਲਾਂ ਵਾਸਤੇ ਇਨਸਾਫ ਮੰਗਿਆ ਜਾਂਦਾ ਹੈ, ਲੋਕਾਂ ਨੂੰ ਜਜ਼ਬਾਤੀ ਕਰਕੇ ਵੋਟ ਮੰਗਿਆ ਜਾਂਦਾ ਹੈ, ਤਾਂ ਫਿਰ ਉੱਥੇ ਵੀ ਤੇ ਨਿਰਦੋਸ਼ ਹੀ ਮਰੇ ਨਾ। ਬਿਲਕੁਲ ਬਿਲਕੁਲ। ਮਰਨ ਵਾਲਿਆਂ ਦੇ ਵਿੱਚ ਤਾਂ ਮਾਸੂਮ ਬੱਚੇ ਸਨ। ਹਾਂਜੀ ਜੀ ਬਿਲਕੁਲ। ਤੇ ਨਾਲ ਹੀ ਵੈਸੇ ਇੱਕ ਛੋਟਾ ਜਿਹਾ ਹੋਰ ਹੈ ਵੀ ਸੁਮੇਸ਼ ਸੈਣੀ ਨੂੰ ਵੀ ਲੱਗਦਾ ਵੀ ਹੁਣ ਜੇਲ੍ਹ ਦੀ ਹਵਾ ਖਾਣੀ ਪਊਗੀ ਜੀ, ਕਿਉਂਕਿ ਹੁਣ ਪਿਛਲੀ ਸਰਕਾਰ 'ਚ ਤਾਂ ਕੋਈ ਫਰਕ ਹੀ ਨਹੀਂ ਪਿਆ, ਉਹਦਾ ਆਪਦਾ ਬਾਹਰ ਹੀ ਰਿਹਾ ਜੀ, ਹਰ ਤਰ੍ਹਾਂ ਦੀ ਕੋਸ਼ਿਸ਼। ਵਨਸ ਅਗੇਨ ਇਹ ਵੀ ਮਾਮਲਾ ਜਿਹੜਾ ਉਹ ਅਦਾਲਤੀ ਜੁਰਿਸਡਿਕਸ਼ਨ ਦਾ ਹਿੱਸਾ ਹੈ। ਤਾਂ ਇਹਦੇ 'ਚ ਸੁਪਰੀਮ ਕੋਰਟ ਨੇ ਬੜੀ ਹੈਰਾਨੀ ਪ੍ਰਗਟਾਈ ਹਾਈ ਕੋਰਟ ਦੇ ਉਸ ਸਟੇ ਤੇ, ਜਿਹਦੇ 'ਚ ਕਿਹਾ ਸੀਗਾ ਕਿ ਲਮਸਮ ਤੁਹਾਨੂੰ ਇਲੈਕਸ਼ਨ ਤੋਂ ਪਹਿਲਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਕੋਈ ਤੁਹਾਨੂੰ ਪੁੱਛਗਿੱਛ ਨਹੀਂ ਕਰ ਸਕਦਾ, ਕੋਈ ਤੁਹਾਡੇ ਤੇ ਪਰਚਾ ਨਹੀਂ ਦਰਜ ਹੋ ਸਕਦਾ। ਸੁਪਰੀਮ ਕੋਰਟ ਨੇ ਆਖਿਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੂੰ ਤੁਸੀਂ ਵੀ ਥੋਕ ਦੇ ਵਿੱਚ ਹੀ ਰਾਇਤ ਦੇ ਦਿਓ ਤੇ ਕਿਸੇ ਵੀ ਪਰਚੇ 'ਚ ਤੁਹਾਨੂੰ ਕੁਛ ਨਹੀਂ, ਪ੍ਰਤੀਵਾਦ ਨਹੀਂ ਲੱਗੇਗੀ। ਸੋ ਉਹਦੀ ਵੀ ਰਾਇਤ ਮੈਨੂੰ ਲੱਗਦਾ ਸੁਪਰੀਮ ਕੋਰਟ 'ਚ 24 ਮਾਰਚ ਹੈ ਜ਼ਰੂਰ ਤਰੀਕ ਜਿਸ ਦਿਨ ਸੁਣਵਾਈ ਹੋਣੀ ਹੈ। ਮੈਨੂੰ ਲੱਗਦਾ ਉਹਦੀ ਰਾਹਤ ਤੇ ਵੀ ਕੈਂਚੀ ਫਿਰ ਜਾਏਗੀ। ਜਦੋਂ ਰਾਹਤ ਤੇ ਕੋਰਟ ਵਾਲੀ ਜਿਹੜੀ ਉਹ ਇੱਕ ਕਹਿ ਲਓ ਕਿ ਉਹਨੂੰ ਸ਼ੈਲਟਰਿੰਗ ਮਿਲੀ ਹੋਈ ਹੈ, ਉਹ ਜਦੋਂ ਪਾਸੇ ਹੋ ਜਾਏਗੀ ਤਾਂ ਬਹੁਤ ਈਜ਼ੀਲੀ ਉਹਦਾ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਜੇ ਕੱਸਣਾ ਚਾਹੋ। ਜੀ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ। ਰੈਡਸ ਫਰਨੀਚਰ ਪਲੈਨਟ ਅਗਲੇ ਕਾਲ ਨੂੰ ਸਪਾਂਸਰ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ ਜੀ। ਜੀ ਮਿਸਿਸ ਗੋਸਲ ਜੀ। ਮਿੰਟੂ ਜੀ ਵੀ ਸਤਿ ਸ਼੍ਰੀ ਅਕਾਲ ਦੇਖਣ ਸੁਣਨ ਵਾਲਿਆਂ ਨੂੰ। ਬਹੁਤ ਅੱਛਾ। ਇਹ ਮਿੰਟੂ ਜੀ ਇਹ ਤਾਂ ਟੂ ਵਾਲੀ ਹਜੇ ਪੂਰੀ ਵੀ ਨਹੀਂ ਕੀਤੀ, ਪਰ ਏਦਾਂ ਹੈ ਵੀ ਕੇਜਰੀਵਾਲ ਇਹਨਾਂ ਨੂੰ ਸਿੱਧੇ ਆਪਣੇ ਆਪ ਕੰਮ ਕਰਨ ਦੇਣਗੇ ਜਾਂ ਉਹਨਾਂ ਦੀ ਸਾਰੀ ਪਿੱਛੇ ਸਾਰੀ ਆਰਡਰ ਆਉਣਗੇ ਤਾਂ ਇਹਨਾਂ ਨੂੰ ਹੁਕਮ ਹੋਊਗਾ। ਤੇ ਬਾਕੀ ਕੰਮ ਤਾਂ ਬਹੁਤ ਜ਼ਿਆਦਾ ਜੇ ਦੇਖੋ ਤਾਂ ਤੁਸੀਂ ਇੱਕ ਪਾਸਾ ਉੱਥੇ ਕਿਤੇ ਨਾ ਕੋਈ ਟੋਇਲਟਾਂ ਬਣੀਆਂ, ਬੜੇ ਗਰੀਬ ਲੋਕੀ ਬੈਠੇ ਆ, ਤੇ ਇਹ ਤਾਂ ਹੁਣ ਬਹੁਤ ਵੱਡਾ ਇਹਨਾਂ ਨੂੰ ਚੱਕਣਾ ਪੈਣਾ। ਇਹ ਕਰਨਗੇ ਤਾਂ ਸਹੀ, ਹੌਲੀ ਹੌਲੀ ਸਾਰਾ ਕੁਝ ਹੋ ਜਾਊਗਾ, ਹਿੰਮਤ ਰੱਖਣਗੇ। ਪਰ ਇੱਕ ਗੱਲ ਵੀ ਪਿੱਛੋਂ ਕੇਜਰੀਵਾਲ ਸਾਰਾ ਕੁਝ ਕਰਨ ਦੇ ਵੀ ਜਾਊਗੀ, ਆਹ ਕਰ ਲਓ, ਆਹ ਕਰ ਲਓ, ਆਹ ਕਰ ਲਓ। ਆਪ ਇਹ ਭਗਵੰਤ ਮਾਨ ਤਾਂ ਕਰੂਗਾ ਜਿੱਥੇ ਵੀ ਹੋ ਸਕਦਾ, ਮੈਨੂੰ ਪੂਰੀ ਆਸ ਵਾ। ਪਰ ਹੌਲੀ ਹੌਲੀ ਪੈਸਾ ਤਾਂ ਬਹੁਤ, ਕਿਉਂਕਿ ਬਿਜਲੀ ਦਾ ਵੀ ਸੰਕਟ, ਪਾਣੀਆਂ ਦਾ ਵੀ ਉਹਨਾਂ ਨੇ ਓਕੇ ਜੀ। ਦੇਖੋ ਗੱਲ ਇਹ ਆ ਕਿ ਜੇ ਤੁਹਾਨੂੰ ਭਗਵੰਤ ਮਾਨ ਤੇ ਯਕੀਨ ਹੈ ਤੇ ਭਗਵੰਤ ਮਾਨ ਨੂੰ ਕੇਜਰੀਵਾਲ ਤੇ ਯਕੀਨ ਹੈ। ਅੱਛਾ ਜੀ। ਫਿਰ ਤਾਂ ਕਹਾਣੀ ਫਿੱਟ ਹੋ ਜਾਣੀ ਹੈ ਸਾਰੀ ਕਿ ਸੁਣੋ ਮੇਰੀ ਗੱਲ। ਇਹ ਤਾਂ ਇੱਕ ਪਿੰਡ ਤੋਂ ਆਪਣੀ ਗਰੀਬ ਘਰ ਤੋਂ, ਕੇਜਰੀਵਾਲ ਤੋਂ ਉੱਥੇ ਦਿੱਲੀ ਵਿੱਚ ਉਹ ਦਿੱਲੀ ਤੋਂ ਆ ਕੇ ਆਰਡਰ ਕਰਿਆ ਸੁਣੋ ਬੀਬੀ ਜੀ, ਮੇਰਾ ਜਵਾਬ ਸੁਣ ਲਓ, ਠੀਕ ਹੈ ਨਾ ਜੀ। ਜੇ ਤੁਸੀਂ ਮੇਰੇ ਤੋਂ ਜਵਾਬ ਲੈਣਾ ਚਾਹੁੰਦੇ ਤਾਂ ਮੇਰਾ ਜਵਾਬ ਤੇ ਸੁਣ ਲਓ ਕਿ ਕਮ ਸੇ ਕਮ ਇਹ ਚੀਜ਼ ਸਾਨੂੰ ਸਮਝਣੀ ਪਵੇਗੀ ਕਿ ਅਰਵਿੰਦ ਕੇਜਰੀਵਾਲ ਜੇ ਪੰਜਾਬ ਦੇ ਵਿੱਚ ਕੁਛ ਐਸਾ ਵੈਸਾ ਕਰਦਾ, ਫਿਰ ਉਹਦਾ ਉਹ ਸੁਪਨਾ ਜਿਹੜਾ ਉਹ PM ਦੀ ਕੁਰਸੀ ਵਾਲਾ ਸਜਾਈ ਬੈਠਾ ਹੈ ਨਾ, ਉਹ ਟੁੱਟ ਜਾਏਗਾ। ਅਸਲ ਦੇ ਵਿੱਚ ਉਹਦਾ ਦਿੱਲੀ ਮਾਡਲ ਪੰਜਾਬ ਮਾਡਲ ਦੀ ਇੱਕ ਬੁਨਿਆਦ ਸੀ। ਹੁਣ ਜੇ ਉਹ ਪੰਜਾਬ ਮਾਡਲ ਅੱਛਾ ਕਰ ਜਾਂਦੇ ਆ ਤਾਂ ਫੇਰ ਹੀ ਉਹ ਅੱਗੇ ਦਾ ਪੈਂਡਾ ਤੈਅ ਕਰਨਗੇ। ਉਹਦੇ ਵਿੱਚ ਹਰਿਆਣਾ ਆ ਜਾਏਗਾ, ਹਿਮਾਚਲ ਆ ਜਾਏਗਾ।
ਇਸ ਨਾਰਥ ਰੀਜਨ ਤੋਂ ਤੁਰਨਾ ਸਟਾਰਟ ਕਰਨਗੇ। ਮੇਰਾ ਇਹ ਮੰਨਣਾ ਜ਼ਾਤੀ ਤੌਰ ਤੇ, ਕਿਉਂਕਿ ਮੈਂ ਕਿਸੇ ਪੋਲੀਟੀਕਲੀ ਫੇਵਰ ਦੇ ਵਿੱਚ ਨਹੀਂ ਜਾਂਦਾ ਹੁੰਦਾ ਹਮੇਸ਼ਾ ਲਈ, ਪਰ ਮੇਰਾ ਮੰਨਣਾ ਹੈ ਕਿਉਂ ਕੋਸ਼ਿਸ਼ ਕਰਨਗੇ ਕਿ ਅੱਛਾ ਮਾਡਲ ਬਣਾਈਏ। ਉਹ ਬਣ ਪਾਉਂਦਾ ਜਾਂ ਨਹੀਂ ਬਣ ਪਾਉਂਦਾ ਇਹ ਪਤਾ ਨਹੀਂ ਹੈ। ਔਰ ਦੂਜੀ ਗੱਲ ਇਹ ਆ ਕਿ ਜੇ 25-30% ਵੀ ਕੰਮ ਕਰ ਗਏ ਲੋਕ ਇਹਨਾਂ ਨੂੰ ਸਮਾਂ ਹੋਰ ਵੀ ਦੇ ਦੇ। ਬਿਲਕੁਲ ਜੀ, ਥੈਂਕ ਯੂ ਮਿਸਿਸ ਗੋਸਲ, ਸਾਰਾ ਕੁਝ ਕਰ ਜਾਣਗੇ। ਥੈਂਕ ਯੂ ਸੋ ਮਚ ਮਿਸਿਸ ਗੋਸਲ, ਥੈਂਕ ਯੂ ਸੋ ਮਚ ਜੀ। ਲਾਸਟ ਕਾਲ ਔਨ ਦੀ 에ਅਰ ਲੈਂਦੇ ਆ, ਫਿਰ ਆਪਾਂ ਇੱਕ ਹੋਰ 2-3 ਮੇਜਰ ਖਬਰਾਂ ਨੇ ਆਪਾਂ ਵਾਈਂਡ ਅਪ ਕਰਦੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਸੌਰੀ, ਮੈਂ ਨਾ ਰੇਡੀਓ ਥੋੜਾ ਲੇਟ ਸ਼ੁਰੂ ਕੀਤਾ, ਮੈਨੂੰ ਪਲੀਜ਼ ਮਾਲਵਾ ਦੇ 4 ਮਿਨਿਸਟਰ ਦੇ ਨਾਮ ਦੱਸ ਸਕਦੇ ਪਲੀਜ਼ ਮਾੜਾ। ਦੇਖੋ ਮਾਲਵਾ ਦੇ 4 ਮਿਨਿਸਟਰ 2 ਤੇ ਉਹੀ ਹੋ ਗਏ, ਮੀਤ ਏਅਰ ਤੇ ਸੀਮਾ, ਤੀਸਰਾ ਹੋ ਗਿਆ ਮਾਨਸੇ ਵਾਲਾ ਸਿੰਗਲਾ, ਡਾਕਟਰ ਜਿਹਨੇ ਸਿੱਧੂ ਮੂਸੇਵਾਲਾ ਦਿਲ ਦਾ ਨਹੀਂ ਮਾੜਾ 69-11 ਉਹ ਹਰਾਇਆ। ਫਿਰ ਇਸ ਤੋਂ ਇਲਾਵਾ ਚੌਥਾ ਜਿਹੜਾ ਹੈ ਡਾਕਟਰ ਬਲਜੀਤ ਕੌਰ ਜਿਹੜੇ ਸਾਡੇ ਮਲੋਟ ਤੋਂ। 4 ਪੂਰੇ ਹੋ ਗਏ ਤੇ 5ਵਾਂ ਹੋ ਗਿਆ 4 ਹੋ ਗਏ ਜੀ, ਥੈਂਕ ਯੂ ਸੋ ਮਚ। ਉਹ ਮੈਂ ਪਹਿਲਾਂ ਸੁਣਿਆ ਸੀ ਕਿ ਮਨਜੀਤ ਬਲਾਸਪੁਰ ਉਹਦੇ ਵਿੱਚ ਹੈ ਨਾ ਜੀ? ਨਹੀਂ, ਉਹਦਾ ਨਾਮ ਨਹੀਂ ਹੈਗਾ ਜੀ ਇਸ ਲਿਸਟ। ਠੀਕ ਹੈ, ਥੈਂਕ ਯੂ ਸੋ ਮਚ ਜੀ। ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ, ਉਹ ਤਾਂ ਮਿੰਟੂ ਜੀ ਉਹਦੀ ਤਾਂ ਚਲੋ ਇੱਛਾ ਹੀ ਪੂਰੀਆਂ, ਦਿੱਲੀ ਤੜਵਾ ਬੈਠਾ। ਉਹ ਤਾਂ ਉਹਦੀ ਰੇਂਜ ਤੇ ਤਾਂ ਲਾਲ ਬੱਤੀ ਦਾ ਸੁਪਨਾ ਅਧੂਰਾ ਰਹਿ ਗਿਆ ਵਿਚਾਰੇ ਦਾ। 905-813-1320। ਮਿੰਟੂ ਜੀ 2 ਸਵਾਲ ਫਿਰ ਆਪਾਂ ਤੁਹਾਡੇ ਤੋਂ ਆਗਿਆ ਲੈਂਦੇ ਆ ਜੀ। ਇੱਕ ਹੋਰ ਕਹਿ ਲੋ ਕਿ ਧਮਾਕਾ ਜੀ ਜਾਖੜ ਸਾਹਿਬ ਨੇ ਸੁੱਟਿਆ ਜੀ ਚੰਨੀ ਸਾਹਿਬ ਦੇ ਹੇਠ, ਇਹ ਕੀ ਗੱਲਬਾਤ ਹੋ ਰਹੀ ਹੈ ਦੋਨਾਂ ਦੇ ਵਿੱਚ? ਕਹਿੰਦੇ ਬਹੁਤ ਤੱਤੇ ਹੋਏ ਪਏ ਨੇ ਦੋਨੋਂ ਜਾਣੇ। ਦੇਖੋ ਜੀ, ਜਿਹੜਾ ਸੁਨੀਲ ਜਾਖੜ ਦਾ ਕੱਲ ਦਾ ਕੋਈ ਸਟੇਟਮੈਂਟ ਆ ਬਹੁਤ ਵੱਡੇ ਹਿੰਦੀ ਅਖਬਾਰ ਦੇ ਵਿੱਚ ਛਪਿਆ ਹੋਇਆ, ਤਾਂ ਉਹ ਅੱਜ ਤਾਂ ਵੈਸੇ ਅਖਬਾਰ ਤੇ ਛਪੇ ਨਹੀਂ ਹੈ, ਪਰ ਉਹ ਜਿਹੜਾ ਡਿਜੀਟਲ ਐਡੀਸ਼ਨ ਹੁੰਦਾ ਉਹਦੇ ਵਿੱਚ ਆਇਆ ਹੋਇਆ। ਕਿਉਂਕਿ ਕੋਟ ਕਰਨਾ ਸਾਡਾ ਫਰਜ਼ ਆ, ਕਿਉਂਕਿ ਇਹ ਸਾਡੀਆਂ ਕਹਾਣੀਆਂ ਨਹੀਂ ਹੁੰਦੀਆਂ, ਇਹ ਉਹਨਾਂ ਦੇ ਕੀਤੇ ਜਿਹੜੇ ਹੁੰਦੇ ਆ ਬੋਲ ਉਹ ਹੁੰਦੇ ਆ। ਸੋ ਉਹਨਾਂ ਨੇ V2 ਦਾ ਇੱਕ ਹੋਰ ਦੋਸ਼ ਲਾਇਆ ਕਿ ਇਸ ਵਾਰੀ ਕਿਸੇ ਪੱਤਰਕਾਰ ਬੀਬੀ ਦੇ ਨਾਲ ਉਹਨੇ ਬਦਤਮੀਜ਼ੀ ਕੀਤੀ ਹੈ ਚਰਨਜੀਤ ਸਿੰਘ ਚੰਨੀ ਨੇ, ਔਰ ਕਾਫੀ ਸ਼ਬਦ ਜਿਹੜੇ ਆ ਕਰੜੇ ਇਸਤੇਮਾਲ ਕੀਤੇ ਆ ਕਿ ਮੈਂ ਉਸ ਬੀਬੀ ਨੂੰ ਬੇਨਤੀ ਕਰਾਂਗਾ ਕਿ ਉਹ ਅੱਗੇ ਆਉਣ ਤੇ ਇਹ ਜਿਹੜੇ ਸਫੇਦ ਲੋਈ ਲੈ ਕੇ ਘੁੰਮੀ ਜਾਂਦੇ ਆ ਇਹੋ ਜਿਹੇ ਲੋਕ, ਇਹਨਾਂ ਨੂੰ ਮਤਲਬ ਕਿ ਐਕਸਪੋਜ਼ ਕਰਨ। ਸੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਹੈ, ਕਾਫੀ ਗੰਭੀਰ ਹੈ। ਪਰ ਹਾਲ ਦੀ ਘੜੀ ਚਰਨਜੀਤ ਸਿੰਘ ਚੰਨੀ ਦੀ ਟੀਮ ਵੱਲੋਂ, ਮੀਡੀਆ ਟੀਮ ਵੱਲੋਂ ਜਾਂ ਉਹਨਾਂ ਵੱਲੋਂ ਕੋਈ ਵੀ ਇਹਦੇ ਤੇ ਰੱਦੇ ਅਮਲ ਨਹੀਂ ਆਇਆ। ਜੇ ਆਇਆ ਤਾਂ ਆਪਾਂ ਜ਼ਰੂਰ ਆਵਾਂਗੇ। ਲਾਸਟ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਮਿੰਟੂ ਜੀ। ਚੰਡੀਗੜ੍ਹ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਕਹਿ ਲਓ ਕਿ ਬੁਰਾ ਬੁਰਾਇਆ ਬੋਲਿਆ ਜਾ ਰਿਹਾ ਜੀ, ਕੋਈ ਉਹਨਾਂ ਨੇ ਪ੍ਰਮੋਸ਼ਨ ਕੀਤੀ ਹੈ ਜੀ ਕਸ਼ਮੀਰ ਫਾਈਲਸ ਦੇ ਨਾਲ, ਉਹਦੀ ਕੀ ਖਬਰ ਹੈ ਜੀ? ਦੇਖੋ ਕਸ਼ਮੀਰ ਫਾਈਲ ਵੈਸੇ ਉਹਨਾਂ ਨੂੰ ਕੈਂਸਰ ਹੋ ਗਿਆ ਸੀ, ਤੇ ਚਲੋ ਆਪਾਂ ਦੁਆ ਕਰਨੇ ਆ ਕਿ ਹਰ ਇੱਕ ਬੰਦਾ ਸਿਹਤਯਾਬ ਰਹੇ। ਇਹ ਬੀਬੀ ਕਿਰਨ ਖੇਰ, ਅਨੁਪਮ ਖੇਰ ਦੇ ਘਰੋਂ ਦੂਸਰੀ ਵਾਰ ਚੁਣੀ ਗਈ, ਇਲੈਕਟ ਹੋ ਗਈ। ਤਾਂ ਖੈਰ ਗੱਲ ਕੀ ਆ ਕਿ ਇਹਨੇ ਕੀਤੀ ਹੈ ਪ੍ਰਮੋਸ਼ਨ ਕਸ਼ਮੀਰ ਫਾਈਲਸ ਦੀ। ਉਸ ਤੋਂ ਬਾਅਦ ਇਹ ਬੀਬੀ ਚਲੋ ਸਿਹਤਯਾਬ ਹੋਈ, ਇਹਨੇ ਆਪਣੀ ਜਿੱਤ ਪ੍ਰਾਪਤ ਕੀਤੀ ਬਿਮਾਰੀ ਤੇ। ਉਸ ਤੋਂ ਬਾਅਦ ਫਿਰ ਸ਼ੂਟ ਵਗੈਰਾ ਚ ਬਿਜ਼ੀ ਹੋ ਗਈ, ਬੰਬਈ ਹੈ। ਉਹ ਚੰਡੀਗੜ੍ਹ ਵਾਲੇ ਰੋਂਦੇ ਆ ਕਿ ਸਾਡੀਆਂ ਸਮੱਸਿਆਵਾਂ ਸੁਣਨ ਵਾਸਤੇ ਤੇ ਤੁਹਾਡੇ ਕੋਲ ਵੇਲ ਨਹੀਂ ਹੈਗਾ। ਪੋਲੀਟੀਸ਼ੀਅਨ ਵੀ ਤੁਹਾਨੂੰ ਪਤਾ ਫਿਰ ਉਂਝਾ ਲਾਉਂਦੇ ਨੇ ਕਿ ਬਈ ਫਿਲਮ ਦੀ ਪ੍ਰਮੋਸ਼ਨ ਤੈਨੂੰ ਦਿਖ ਰਹੀ ਹੈ, ਜਿਹੜਾ ਇੱਥੇ ਬਿਜਲੀ ਦਾ ਸੰਕਟ ਆ ਗਿਆ, ਪਿਛਲੇ ਦਿਨੀ ਪਾਣੀ ਦਾ ਸੰਕਟ ਆ ਗਿਆ ਚੰਡੀਗੜ੍ਹ ਦੇ ਵਿੱਚ, ਔਰ ਤਮਾਮ ਜਿੰਨੀਆਂ ਵੀ ਸਮੱਸਿਆਵਾਂ ਨੇ ਕਿ ਉਹਦੇ ਵਾਸਤੇ ਇੱਥੇ ਤੇਰੇ ਕੋਲ ਟਾਈਮ ਨਹੀਂ ਹੈਗਾ। ਸੋ ਇਸ ਕਰਕੇ ਇਹ ਕਾਫੀ ਟ੍ਰੋਲਿੰਗ ਹੋਈ ਆ ਸੋਸ਼ਲ ਮੀਡੀਆ ਤੇ। ਪਰ ਮੇਰਾ ਮੰਨਣਾ ਇਹ ਆ ਕਿ ਦੇਖੋ ਜੀ, ਇਹ ਵੀ ਇੱਕ ਰਿਸਪੌਂਸ ਦਾ ਹਿੱਸਾ ਹੈ। ਪੋਲੀਟੀਕਲ ਰਿਸਪੌਂਸ ਬਹੁਤ ਜ਼ਰੂਰੀ ਆ ਕਿ ਦੇਖੋ ਜੇ ਕੋਈ ਸਦਨ 'ਚ ਨਹੀਂ ਜਾਂਦਾ ਉਹਦੀ ਤਨਖਾਹ ਕਾਹਦੀ, ਕੱਟ ਲਾ ਦਿਓ, ਕੱਟ ਮਾਰੋ ਪਰੇ। ਜੇ ਤੇਰੀ ਹਾਜ਼ਰੀ ਆ ਤਾਂ ਉਦੋਂ ਦਾ ਪਤਾ ਤਨਖਾਹ ਤੈਨੂੰ ਸਾਰਾ ਕੁਛ ਦਿੱਤਾ ਜਾਊਗਾ, ਅਦਰਵਾਈਜ਼ ਜੇ ਘਰੇ ਬੈਠਾ ਕਾਹਦੀ। ਜੇ ਕੋਈ ਆਪਣੇ ਏਰੀਏ ਦੇ ਵਿੱਚ ਹੈ ਨਹੀਂ ਔਰ ਇਲੈਕਟ ਹੋਇਆ ਉਹ ਆਪਣਾ ਸ਼ਹਿਰ ਛੱਡ ਕੇ, ਆਪਣਾ ਇਲਾਕਾ ਛੱਡ ਕੇ ਆਪਣੇ ਬਿਜ਼ਨਸ ਦੇ ਵਿੱਚ, ਹਾਲਾਂਕਿ ਬਿਜ਼ਨਸ ਕਰਨ ਦੀ ਆਜ਼ਾਦੀ ਹਰੇਕ ਨੂੰ, ਪਰ ਆਪਣੀ ਜਿਹੜੀ ਉਹਦੀ ਪਹਿਲ ਵਾਲੀ ਜਿਹੜੀ ਇੱਕ ਚੀਜ਼ ਆ ਉਹਨੂੰ ਛੱਡ ਕੇ, ਜਿਹੜੀ ਜ਼ਿੰਮੇਵਾਰੀ ਪਹਿਲ ਵਾਲੀ ਜ਼ਿੰਮੇਵਾਰੀ ਆ ਉਹਨੂੰ ਛੱਡ ਕੇ ਉਹ ਬੰਬੇ ਸ਼ੂਟ ਕਰਦਾ ਪਿਆ, ਚਾਹੇ ਉਹ ਸੰਨੀ ਦਿਓਲ ਆ, ਚਾਹੇ ਕੋਈ ਆ ਗਦਰ 2 ਆ ਤੇ ਫਲਾਣੀ 2 ਆ। ਇਹ ਹੈ, ਇਹਦਾ ਵੀ ਪ੍ਰਬੰਧ ਹੋਣਾ ਚਾਹੀਦਾ ਕਿ ਜੇ ਤੁਸੀਂ ਇੰਨਾ ਚਿਰ ਬੜੀ ਆਪਣੇ ਏਰੀਏ 'ਚ ਨਹੀਂ ਆਉਂਦੇ, ਇੰਨਾ ਚਿਰ ਤੁਸੀਂ ਕੰਮ ਨਹੀਂ ਕਰਦੇ, ਤੁਹਾਡੇ ਤੇ ਆ ਜਿਹੜੀ ਕਾਰਵਾਈ ਉਹ ਲਾਗੂ ਹੋਏਗੀ। ਇਹ ਪੋਲੀਟੀਕਲ ਰਿਫਾਰਮਸ ਦਾ ਹਿੱਸਾ ਨੇ ਐਕਚੁਅਲੀ। ਬਿਲਕੁਲ ਬਿਲਕੁਲ ਮਿੰਟੂ ਜੀ ਬਹੁਤ ਸਹੀ ਬੋਲਿਆ, ਬਿਕਾਜ਼ ਜਨਤਾ ਨੇ ਉਹਨਾਂ ਨੂੰ ਜਿਤਾਇਆ ਹੈ ਤੇ ਜਨਤਾ ਵਾਪਸ ਦੇ ਵਿੱਚ ਮੰਗਦੀ ਹੈ ਕਿ ਸਾਡੀ ਮਦਦ ਕੀਤੀ ਜਾਵੇ।
ਜੀ ਜੀ ਮਿੰਟੂ ਜੀ ਲਾਸਟ ਸਵਾਲ ਫਿਰ ਆਪਾਂ ਵਾਈਂਡ ਅਪ ਕਰਦੇ ਆ। ਕਹਿੰਦੇ ਇੱਕ ਸਾਲਾ ਸਾਹਿਬ ਮਿਨਿਸਟਰ ਦੇ ਸਾਲਾ ਸਾਹਿਬ ਜੀ ਘੇਰੇ ਗਏ ਜੀ ਵਰਕਰਾਂ ਦੇ ਨਾਲ, ਕੀ ਖਬਰ ਹੈ ਜੀ? ਦੇਖੋ ਇਹ ਬਠਿੰਡੇ ਦੇ ਵਿੱਚ ਆ ਮਿਨਿਸਟਰ ਜਿਹੜੇ ਹੁੰਦੇ ਸੀ ਫਾਈਨੈਂਸ ਦੇ ਜਿਹੜੇ ਆਲਾ, ਜਿਨ੍ਹਾਂ ਨੂੰ ਮੈਂ ਹੁਣੇ ਯਾਦ ਕੀਤਾ ਹੈ, ਮਨਪ੍ਰੀਤ ਸਿੰਘ ਬਾਦਲ, ਤੇ ਉਹਨਾਂ ਦੇ ਜਿਹੜੇ ਸਾਲਾ ਸਾਹਿਬ ਇੱਥੇ ਰਹੇ ਨੇ ਉਹ ਗੱਲ ਕੀ ਹੈ ਕਿ ਜਦੋਂ ਹਾਰ ਤੇ ਫਿਰ ਮੰਥਨ ਹੁੰਦੇ ਆ, ਚਿੰਤਨ ਹੁੰਦੇ, ਫਿਰ ਬਹੁਤ ਕੌੜੀਆਂ ਫਿੱਕੀਆਂ ਜਿਹੜੀਆਂ ਉਹ ਸੁਣਾਈਆਂ ਜਾਂਦੀਆਂ ਨੇ। ਉਹ ਜਿਹੜੇ ਇਹਨਾਂ ਦੇ ਆਪਣੇ ਹੀ ਬੰਦੇ ਸੀ, ਉਹਨਾਂ ਨੇ ਆਖਿਆ, ਬਹੁਤ ਬਿਆਨ ਦਿੱਤੇ ਉਹਨਾਂ ਨੇ ਵੀ, ਉਹਨਾਂ ਆਖਿਆ ਕਿ ਗੱਲ ਇਹ ਆ ਕਿ ਕਾਉਂਸਲਰ ਟਾਈਪ ਦੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਸੀ, ਜੇ ਤੁਸੀਂ ਕਾਉਂਸਲਰਾਂ ਨੂੰ ਕੋਈ ਪਾਵਰ ਨਹੀਂ ਦਿੱਤੀ, SHO ਤੁਹਾਡੇ ਫੋਨ ਤੋਂ ਬਿਨਾਂ ਕੰਮ ਨਹੀਂ ਸੀ ਕਰਦੇ, ਤੇ ਫਿਰ ਹਾਰਨਾ ਹੀ ਸੀਗਾ, ਹਾਰਨਾ ਹੀ ਸੀ। ਜਿਵੇਂ ਪ੍ਰਤਾਪ ਬਾਜਵਾ ਕਹਿੰਦਾ ਕਿ ਜਦੋਂ ਅਰਬੀ ਘੋੜਿਆਂ ਦੀ ਰੇਸ ਦੇ ਵਿੱਚ ਦੇਸੀ ਖੱਚਰਾਂ ਉਤਾਰ ਦਿਓਗੇ ਤੇ ਫਿਰ ਇਲੈਕਸ਼ਨ ਅਸੀਂ ਕਿੱਥੇ ਜਿੱਤਣਾ ਹੈ। ਤਾਂ ਗੱਲ ਉਹੀ ਹੈ ਕਿ ਦੇਖੋ ਉਹ ਆਪ ਮੰਨ ਰਹੇ ਨੇ ਕਿ ਸਾਡੇ ਤੋਂ ਗਲਤੀਆਂ ਜ਼ਰੂਰ ਹੋਈਆਂ, ਪਰ ਉਹ ਗਲਤੀਆਂ ਤੇ ਹੁਣ ਪਛਤਾਉਣ ਤੋਂ ਸਿਵਾ ਕੁਝ ਨਹੀਂ ਬਣੇਗਾ, ਇੰਤਜ਼ਾਰ ਕਰੋ। ਪਰ ਜਦੋਂ ਤੁਹਾਡੇ ਕੋਲ ਪਾਵਰ ਆਉਂਦੀ ਹੈ ਤੁਸੀਂ ਉਦੋਂ ਸੁਲਤਾਨ ਬਣ ਜਾਂਦੇ ਹੋ, ਸੇਵਕ ਬਣ ਕੇ ਰਹਿਣਾ ਪੈਂਦਾ ਦੁਬਾਰਾ ਜਿੱਤਣ ਵਾਸਤੇ। ਜੀ ਮਿੰਟੂ ਜੀ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ, ਤੇ ਹੁਣ ਆਪਾਂ ਮਿਲਾਂਗੇ ਮੰਡੇ ਸਵੇਰੇ। ਤਦ ਤੱਕ ਤੁਸੀਂ ਇੰਜੋਏ ਕਰੋ ਜੀ, ਰੱਬ ਰਾਖਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।